कि तुसीं इस अंदोलन दे विच तकरीबन 1 साल तो तां दिल्ली 'ਚ बैठे नूं हो गया, इस तो पहलां भी अंदोलन है। जदों दा अंदोलन ਚੱਲਿਆ पहले दिन तो हुण तक गवाया की है, पाया की है? ਭਾਰਤ ਦੇ ਲੋਕਾਂ ਨੂੰ ਆਰਥਿਕ ਮੰਗਾਂ ਤੇ ਜਿਹੜੀ ਭਾਜਪਾ ਦੀ ਪਾਲਿਸੀ ਆ ਵੀ ਉਹ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਫਿਰਕਿਆਂ ਦੇ ਨਾਂ ਤੇ ਵੰਡਦੀ ਆ, ਅਸੀਂ ਕਿਸਾਨ ਮਜ਼ਦੂਰ ਅੰਦੋਲਨ ਦੇ ਨਾਂ ਤੇ ਸਾਰੇ ਭਾਰਤ ਨੂੰ ਇਕਜੁੱਟਤਾ ਕੀਤਾ। ਤੁਸੀਂ ਮਾਰੇ ਗਏ ਤੇ ਮੇਰੀ ਦੁਕਾਨ ਮਾਰੀ ਜਾਣੀ ਹੈ। ਮੈਂ ਕਹਿੰਦਾ ਤੁਹਾਡੇ ਨਾਲ ਖੜਾ, ਜੋ ਮੈਂ ਲੜ ਸਕਦਾ ਤੁਹਾਡੇ ਨਾਲ, ਤਾਂ ਕੋਈ ਤਬਕਾ ਨਹੀਂ। ਜਾਣੀ ਜਲਿਆਂ ਵਾਲੇ ਬਾਗ 'ਚ ਪੰਜਾਬੀਆਂ ਲੜੇ ਸੀ, ਉਹ ਲੜ ਜੰਗ 'ਚ ਉਵੇਂ ਇਸ ਜੰਗ 'ਚ ਕੁੱਦੇ ਆ। देखो MSP ਤੇ ਜਿਹੜੀ ਕਮੇਟੀ ਦੀ ਸਵਾਲ ਹੈ, ਪਹਿਲੀ ਕਮੇਟੀ ਨਹੀਂ ਹੈਗੀ। ਕਮੇਟੀ ਦਾ ਮਤਲਬ ਹੈ ਵੀ ਤੁਹਾਡੇ ਮਸਲੇ ਨੂੰ ਠੰਡੇ ਬਸਤੇ ਪਾ ਦੇਣਾ। ਦੂਜਾ, ਦਿੱਲੀ 'ਚ ਤਾਂ ਕੇਸ ਇਹਨਾਂ ਦੀ ਫੋਰਸ ਨੇ ਪਾਏ ਹੋਏ ਆ, ਤੇ ਦਿੱਲੀ ਵਾਲੇ ਕੇਸ ਬਈ ਤੁਸੀਂ ਕਿਉਂ ਨਹੀਂ ਵਾਪਸ ਲੈਂਦੇ? ਇਹ ਵੀ ਸ਼ਿਕਵਾ ਰਿਹਾ, ਗਿਲਾ ਰਿਹਾ ਕਿ ਪ੍ਰਧਾਨ ਮੰਤਰੀ ਨੇ ਕਾਨੂੰਨ ਰੱਦ ਕਰਾਉਣ ਦੀ ਅਨਾਉਂਸਮੈਂਟ ਜਦੋਂ ਕੀਤੀ ਉਦੋਂ ਖੁਦ ਚੱਲ ਕੇ ਆਏ, ਉਸ ਤੋਂ ਪਹਿਲਾਂ ਇੱਕ ਵੀ ਗੱਲ ਨਹੀਂ ਹੋਈ। ਤੁਸੀਂ, ਤੁਹਾਡੀ ਇੱਛਾ ਸੀ ਕਿ ਪ੍ਰਧਾਨ ਮੰਤਰੀ ਖੁਦ ਟੇਬਲ ਟਾਕ ਕਰਦੇ ਤੁਹਾਡੇ ਨਾਲ। ਹਾਕਮ ਤਾਂ ਸਮਝੌਤੇ ਕਰਕੇ ਮੁੱਕਰ ਜਾਂਦੇ ਆ। ਲੌਂਗੋਵਾਲ ਉਹ ਜਿਹੜਾ ਸਮਝੌਤਾ ਉਹ ਤਾਂ ਮੁੱਕਰੇ ਹੋਏ ਆ। ਦੁਨੀਆ ਦੇ ਵਿੱਚ ਜਦੋਂ ਵੀ ਵੱਡੇ ਵੱਡੇ ਅੰਦੋਲਨ ਲੜੇ ਗਏ, ਗੱਲ ਉਹਨਾਂ ਦੀ ਕਾਮਯਾਬੀ ਦੀ ਸਾਰੀ ਨਿਰਭਰ ਕੀਤੀ ਕਿ ਉਹਨਾਂ ਦੇ ਆਗੂ ਕਿਹੋ ਜਿਹੇ ਨੇ, ਆਗੂਆਂ ਦੇ ਵਿੱਚ ਕਿੰਨੀ ਕੁ ਕਾਬਲੀਅਤ ਹੈ, ਆਗੂ ਕਿੱਥੋਂ ਤੱਕ ਲੈ ਕੇ ਜਾਂਦੇ ਨੇ ਇਹਨਾਂ ਮੁਹਿੰਮਾਂ ਨੂੰ। ਇਸੇ ਦੇ ਵਿੱਚੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਅੰਦੋਲਨ ਚੱਲਿਆ ਜਿਸ ਦੀ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੋਈ ਔਰ ਅੰਦੋਲਨ ਜਿੱਤ ਦੀਆਂ ਬਰੂਹਾਂ ਤੇ ਖੜਾ ਹੈ। ਦਿੱਲੀ ਆਉਂਦਿਆਂ ਕੀ ਕੁਝ ਵਾਪਰਿਆ, ਰੇਲਵੇ ਲਾਈਨਾਂ ਤੋਂ ਕਿਵੇਂ ਕਿਸਾਨਾਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਸ਼ੁਰੂਆਤ ਕੀਤੀ, ਉਸ ਤੋਂ ਲੈ ਕੇ 26 ਨਵੰਬਰ ਦੀ ਕਾਲ ਦਿੱਤੀ ਜਾਂਦੀ ਹੈ 2020 ਤੋਂ 26 ਨਵੰਬਰ 2021 ਦਾ ਦਿਨ ਵੀ ਬੀਤ ਜਾਂਦਾ ਤਾਂ ਹੁਣ ਪਾਰਲੀਮੈਂਟ ਸੈਸ਼ਨ ਹੋਣਾ। ਇਹ ਸਾਰੀਆਂ ਗੱਲਾਂ ਹੋਣਗੀਆਂ। ਇਹ ਸਾਰੀਆਂ ਗੱਲਾਂ ਇਸ ਕਰਕੇ ਅਸੀਂ ਕਰ ਰਹੇ ਹਾਂ ਕਿ ਜੋ ਕੁਝ ਵੀ ਪਾਇਆ, ਜੋ ਕੁਝ ਗਵਾਇਆ, ਇਹ ਸਭ ਸਾਹਮਣੇ ਜਾਣਾ ਚਾਹੀਦਾ। ਇਹ ਡਾਕੂਮੈਂਟ ਕੈਦ ਹੋਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਇਸ ਅੰਦੋਲਨ ਨੂੰ ਚੇਤੇ ਕੀਤਾ ਜਾਵੇ, ਯਾਦਾਂ ਨੇ ਜਿਹੜੀਆਂ ਉਹ ਇਸੇ ਦੇ ਵਿੱਚ ਸਿਮਟ ਜਾਂ ਸੁੰਗੜ ਨਹੀਂ ਜਾਣੀਆਂ ਚਾਹੀਦੀਆਂ, ਸਾਰਿਆਂ ਨੂੰ ਰਾਹ ਦਸੇਰਾ ਹੋਣਾ ਚਾਹੀਦਾ। ਤਾਂ ਆਗੂਆਂ ਦੀ ਜਿੱਥੇ ਗੱਲ ਆਉਂਦੀ ਹੈ, ਉਹਨਾਂ ਦੇ ਵਿੱਚੋਂ ਇੱਕ ਆਗੂ ਨੇ ਸਰਵਣ ਸਿੰਘ ਪੰਧੇਰ, ਨਾਮ ਤੁਸੀਂ ਸਾਰੇ ਜਾਣਦੇ ਹੋ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ। ਮਾਝੇ ਤੋਂ ਸ਼ੁਰੂਆਤ ਹੁੰਦੀ ਹੈ, ਵਿਸਥਾਰ ਆਪਣੀ ਜਥੇਬੰਦੀ ਦਾ ਇਹਨਾਂ ਨੇ ਵੀ ਹੁਣ ਪੰਜਾਬ ਦੇ ਵਿੱਚ ਹੋਰ ਕਰ ਲਿਆ। ਦਿੱਲੀ ਦੇ ਵਿੱਚ ਭੂਮਿਕਾ ਇਹਨਾਂ ਦੀ ਕੀ ਰਹੀ ਹੈ, ਸਾਰੇ ਸਵਾਲ ਕੀਤੇ ਜਾਣਗੇ ਔਰ ਉਹ ਵੀ ਸਵਾਲ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਵਖਰੇਵਾਂ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਰਿਹਾ ਐਕਸ਼ਨਾਂ ਦੇ ਵਿੱਚੋਂ। ਇਹ ਸਾਰੀਆਂ ਗੱਲਾਂ ਕਰਾਂਗੇ। ਸਾਡੇ ਨਾਲ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ। ਪੰਧੇਰ ਸਾਹਿਬ, ਸਭ ਤੋਂ ਪਹਿਲਾਂ ਦਾ ਸਮਰਨੀਤ ਤੇ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਧੰਨਵਾਦ। ਸ਼ੁਰੂਆਤ ਆਪਾਂ ਰੇਲਵੇ ਲਾਈਨ ਤੋਂ ਕਰਦੇ ਹਾਂ। ਪੰਜਾਬ ਦੇ ਉਸ ਮਾਝੇ ਇਲਾਕੇ ਤੋਂ ਜਦੋਂ ਕਾਲ ਹੁੰਦੀ ਹੈ, ਫਿਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਰੇਲਾਂ ਰੋਕੀਆਂ ਜਾਂਦੀਆਂ ਨੇ। ਇੱਕ ਉਹ ਦਿਨ ਸੀ, ਇੱਕ ਅੱਜ ਦਾ ਦਿਨ ਹੈ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੋਵੇ ਕਿ 3 ਖੇਤੀ ਕਾਨੂੰਨ ਅਸੀਂ ਰਿਪੀਲ ਕਰਾਂਗੇ, ਅਸੀਂ ਰੱਦ ਕਰਾਂਗੇ। ਇਹ ਸਾਰੇ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ ਤੁਹਾਡੀ? ਆ ਦੇਖੋ, ਜਦੋਂ 3 ਜੂਨ ਨੂੰ ਇਹ ਕਾਨੂੰਨ ਆ ਗਏ ਸੀਗੇ, ਇਹਦੋਂ ਪਹਿਲਾਂ ਬਿਜਲੀ ਸੋਧ ਬਿੱਲ 2020 ਆਇਆ ਸੀ ਤੇ ਅਸੀਂ ਉਦੋਂ ਸ਼ੁਰੂਆਤ ਹੋ ਗਏ। ਭਰ ਕਰੋਨਾ ਕਾਲ ਸੀਗਾ ਜਦੋਂ ਸ਼ੁਰੂਆਤ ਕਰਤੀ ਸੀ, ਵਿੱਚ ਹੀ ਇਹ ਚੀਜ਼ਾਂ ਆ ਗਈਆਂ। ਤੇ 8 ਜੂਨ ਨੂੰ ਪਹਿਲੇ ਧਰਨੇ ਸੀ ਸਾਡੇ DC ਦਫ਼ਤਰਾਂ ਦੇ ਪੂਰੇ ਪੰਜਾਬ 'ਚ, ਤੇ ਹਰ ਧਰਨੇ ਤੇ ਜਦੋਂ ਅਸੀਂ ਧਰਨਾ ਲਾਉਂਦੇ ਸੀ ਉਵੇਂ ਕੇਸ ਮਾੜੇ ਜਾਂਦੇ ਸੀ ਕਰੋਨਾ ਨੂੰ ਲੈ ਕੇ। ਨਾਲ ਦੀ ਨਾਲ ਮੀਡੀਆ ਦਾ ਬਹੁਤ ਸਵਾਲਾਂ ਦਾ ਜਵਾਬ ਹੁੰਦਾ ਸੀਗਾ ਵੀ ਤੁਸੀਂ ਮਨੁੱਖਤਾ ਦਾ ਘਾਣ ਕਰ ਦੇਣਾ, ਇਹ ਫਿਰ ਕਿਵੇਂ ਚੱਲੂਗਾ, ਸਰਕਾਰ ਆਹ ਕੁਛ ਕਹਿ ਰਹੀ ਆ, ਤੁਹਾਡੇ ਕੀ। ਫਿਰ ਨਾਲ ਦੀ ਨਾਲ ਉੱਤੇ ਵੀ ਆਪ ਦਾ ਪੱਖ ਵਿਗਿਆਨਕ ਨਜ਼ਰੀਏ ਨਾਲ ਜੋ ਜਿਵੇਂ ਕਰੋਨਾ ਵਾਲੇ ਮਸਲੇ ਤੇ ਵੱਡੇ ਵਿਗਿਆਨੀਆਂ ਦੇ ਬਖਰੇਵੇਂ ਸੀ, ਉਹਨਾਂ ਦੀ ਗੱਲ ਪੱਖ ਰੱਖ ਕੇ ਗੱਲ ਕਹੀਦੀ ਸੀ। ਚੱਲ ਇਹ ਵੀ ਕਹੀਦਾ ਸੀ ਜੇ ਬਿਮਾਰੀ ਆ ਤਾਂ ਅਸੀਂ ਇਸ ਇਮਿਊਨ ਸ਼ਕਤੀ ਨਾਲ ਤਾਂ ਲੜ ਲਾਂਗੇ, ਪਰ ਜਿਹੜੇ ਕਾਨੂੰਨ ਆ ਰਹੇ ਇਹ ਸ਼ਾਇਦ ਸਾਨੂੰ ਬਰਬਾਦ ਕਰ ਦੇਣਗੇ। ਫਿਰ ਕਨਵੈਨਸ਼ਨ 21 ਜੁਲਾਈ ਨੂੰ ਅਸੀਂ ਪੂਰੇ ਮਤਲਬ ਜਿਹੜੇ ਸੀਗੇ ਉਹ ਆਪਣਾ MPs ਦੇ ਘਰ ਘੇਰੇ। ਉਦੋਂ ਬਾਦਲਾਂ ਦੀ ਕੋਠੀ ਗੜੀ ਗਏ, ਉੱਥੇ ਲਾਠੀਚਾਰਜ ਹੋਇਆ, ਫਸਟ ਲਾਠੀਚਾਰਜ ਉੱਥੇ ਹੋਇਆ ਸਾਡੇ ਤੇ। ਤਾਂ ਉਦੋਂ ਬਾਦਲ ਹੁਣੀ ਸਾਨੂੰ ਬਾਲ ਕੇ ਕਾਨੂੰਨ ਸਮਝਾਉਂਦੇ ਸੀਗੇ ਵੀ ਕਾਨੂੰਨ। ਦਿਨਾਂ ਦੀ ਗੱਲ ਹੈ ਜਦੋਂ ਸਮਝਾਉਂਦੇ ਸੀ ਕਿ ਕਾਨੂੰਨਾਂ 'ਚ ਕੁਝ ਵੀ ਕਾਲਾ ਨਹੀਂ। ਆਹ ਦੇਖੋ, ਕਾਨੂੰਨਾਂ 'ਚ ਕੁਝ ਨਹੀਂ ਗਾ ਕਾਲਾ, ਤੇ ਕਹਿੰਦਾ ਸੀ ਵੀ ਮੈਂ ਅਸਤੀਫਾ ਦਊਂਗਾ। ਉਹਦੀ ਵੀਡੀਓ ਵਾਇਰਲ ਹੋਈ ਵੀ ਜੇ ਕਾਨੂੰਨ ਮਾੜੇ ਹੋਣਗੇ ਤਾਂ ਮੈਂ ਰਿਜ਼ਾਈਨ ਕਰ ਦੂੰਗਾ, ਇਹ ਉਹਨਾਂ ਗੱਲ ਕਹੀ ਸੀ। ਚਲੋ ਫਿਰ ਅੱਗੇ ਚੱਲਿਆ। ਫਿਰ ਅਸੀਂ ਪੰਜਾਬ ਦੇ ਜਿਹੜੇ ਜੇਲ੍ਹ ਭਰੋ ਅੰਦੋਲਨ ਚਲਾਇਆ। ਠੀਕ ਹੈ ਜੀ, ਜੇਲ੍ਹ ਭਰੋ ਅੰਦੋਲਨ ਤੋਂ ਬਾਅਦ ਅਸੀਂ ਇੱਕ ਦਿਨ ਜੇਲ੍ਹਾਂ ਗਾੜੀ ਚਲੇ ਗਏ। ਜੇਲ੍ਹਾਂ ਤੋਂ ਬਾਅਦ ਅਸੀਂ ਮਤਲਬ ਜਿਹੜਾ ਵਾ ਉਦੋਂ ਦਾ ਪੁਲ ਘੇਰ ਲਏ ਪੰਜਾਬ ਦੇ। ਪੁਲ ਘੇਰਨ ਤੋਂ ਬਾਅਦ ਅਸੀਂ 24 ਨਵੰਬਰ ਨੂੰ ਰੇਲਾਂ ਤੇ ਗਏ।
ਅਸਲ ਸਤੰਬਰ ਮਹੀਨਾ 24 ਸਤੰਬਰ, ਇਹ ਸਤੰਬਰ ਦੇ ਮਹੀਨੇ ਵੀ ਸਾਨੂੰ ਜਿਹੜਾ ਵਾ ਬਿਲਡ ਅਪ ਹੁੰਦਾ ਨਜ਼ਰ ਆਇਆ ਚੀਜ਼। 25 ਸਤੰਬਰ ਨੂੰ ਤਾਂ ਪੰਜਾਬ ਸੂਬਾ ਬੰਦ ਰੱਖਣ ਦੀ ਕਾਲ ਵੀ ਦਿੱਤੀ। ਬਿਲਕੁਲ 24 ਸਤੰਬਰ ਨੂੰ ਫਿਰ ਜਦੋਂ ਜਨ ਸਮੂਹ ਉਮੜਿਆ ਤੇ ਮੇਰੇ ਇਹ 30 ਤੱਕ ਮੈਨੂੰ ਲੱਗਦਾ ਜਿਹੜੇ ਰੇਲ ਟਰੈਕ ਤੇ ਅਸੀਂ ਦੇਵੀ ਦੇਸਪੁਰਾ ਸੀ, ਭਾਵੇਂ 4-5 ਰੇਲ ਟਰੈਕ ਹੋਰ ਜਾਮ ਕੀਤੇ ਹੋਏ ਸੀਗੇ, ਅਸੀਂ ਜਲੰਧਰ ਵੀ ਰੋਕਿਆ, ਹੁਸ਼ਿਆਰਪੁਰ ਵੀ, ਗੁਰਦਾਸਪੁਰ ਵੀ, ਤਰਨਤਾਰਨ ਵੀ, ਫਿਰੋਜ਼ਪੁਰ ਬਸਤੀ ਵਾਲੀ ਟੈਂਕਾਂ ਵਾਲੀ ਜ਼ਿਆਦਾ ਸਾਰੀਆਂ ਗੱਲਾਂ ਚੱਲ ਰਹੀਆਂ ਸੀ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੀ ਇਕਜੁੱਟਤਾ ਹੋ ਰਹੀ ਸੀ, ਸਾਰਿਆਂ ਨੂੰ ਲੱਗ ਰਿਹਾ ਸੀ ਜਥੇਬੰਦੀਆਂ ਜਿੰਨੀਆਂ ਮਰਜ਼ੀ ਹੋਣ ਪਰ ਇੱਕ ਮੰਚ ਤੇ ਆ ਰਹੀਆਂ। ਤੁਸੀਂ ਕਿਤੇ ਨਾ ਕਿਤੇ ਵੱਖਰੇ ਚੱਲਦੇ ਰਹੇ। ਉਹਨਾਂ ਨੇ ਕਿਹਾ ਕਿ ਹੁਣ ਇੱਥੋਂ ਨਹੀਂ ਅਸੀਂ ਅੱਗੇ ਜਾਣਾ। ਤੁਸੀਂ ਦਿੱਲੀ ਵੱਲ ਨੂੰ ਆਏ, ਕੂਚ ਕੀਤਾ, ਬਹੁਤ ਟਰੈਕਟਰ ਟਰਾਲੀਆਂ ਆਈਆਂ, ਪਰ ਰੇਲਵੇ ਲਾਈਨਾਂ ਛੱਡਣ ਦੀ ਜਦੋਂ ਗੱਲ ਆਈ ਤੁਸੀਂ ਫਿਰ ਵੀ ਮੱਲੀ ਰੱਖੀਆਂ। ਕਾਰਨ ਕੀ ਸੀ? ਹਾਂ, ਇਹਦੇ ਵਿੱਚ ਹੀ ਦੇਖੋ, ਜਦੋਂ ਪੰਜਾਬ ਵਿੱਚ ਘੋਲ ਚੱਲਿਆ, ਮਤਲਬ ਇਹ ਪਹਿਲੋਂ 17 ਤੇ 16 ਸੀਗੀਆਂ, ਇਹਨਾਂ ਨੇ 2-2 ਘੰਟੇ ਦੇ ਬੰਦ ਦਿੱਤੇ ਸੀ ਸੜਕ ਜਾਮ। ਅਸੀਂ 3 ਦਿਨ ਪੁਲ ਜਾਮ ਰੱਖੇ ਸੀਗੇ ਉਹਨੂੰ ਹੀ ਲੈ ਕੇ, ਤੇ ਉਹ ਸਾਂਝਾ ਉਦੋਂ ਹਫਤਾ ਮਨਾਇਆ ਸੀਗਾ ਸਾਰੀ ਗੱਲ ਨੂੰ ਲੈ ਕੇ। ਜਦੋਂ ਚਟੂਨੀ ਹੋਣਾ ਤੇ ਇੱਥੇ ਲਾਠੀ ਚਾਰਜ ਉਹਦੀ ਵੀ ਸੀ, ਉਦੋਂ ਅਸੀਂ ਘੋਲ 'ਚ ਹੀ ਸੀਗੇ। ਤਾਂ ਫਿਰ ਰੇਲ ਰੋਕੋ ਅਸੀਂ ਸਟਾਰਟ ਕੀਤਾ ਸੀਗਾ, ਬੰਦ ਆ ਗਿਆ। ਬੰਦ ਨੂੰ ਸੱਦਾ ਇਹਨਾਂ ਦਾ ਸੀਗਾ, ਇਹਨੂੰ ਮਤਲਬ ਜੇ ਅਸੀਂ ਮਖਰੇਵਾਂ ਕਰਦੇ ਤੇ ਇਹਨਾਂ ਦੇ ਸੱਦੇ ਨੂੰ ਉਹ ਸਾਡੇ ਮੂੰਹ ਵਾਲੀ ਬਿੰਦੇ ਸੀ ਵੀ ਯਾਰ ਇਹ ਨਾ ਕਿਤੇ ਵਿਰੋਧ ਕਰਦਣ। ਉਦੋਂ ਸਾਡੇ ਨਾਂ ਤੇ ਛੱਕਾ ਚੱਲਦਾ ਸੀ। ਉਦੋਂ ਅਸੀਂ ਕਹਿੰਦੇ ਗੱਲ, ਅਸਲ ਸਵਾਲ ਇਹ ਨਹੀਂ ਵੀ ਕਾਲ ਕੌਣ ਕਰਦਾ। 17 ਵਾਲੇ ਕਰਦੇ ਆ, 20 ਵਾਲੇ ਕਰਦੇ, 32 ਵਾਲੇ ਕਰਦੇ ਆ, ਸੰਯੁਕਤ ਮੋਰਚਾ ਕਰਦਾ, ਸਵਾਲ ਇਹ ਨਹੀਂ ਕਾਲ ਕਾਦੇ ਲਈ ਆ ਤੇ ਕਿਹਦੇ ਖਿਲਾਫ ਆ। ਕਾਨੂੰਨਾਂ ਦੇ ਵਿਰੋਧ 'ਚ ਆ ਤੇ ਮੋਦੀ ਸਾਹਿਬ ਦੇ ਖਿਲਾਫ ਆ, ਬਸ ਇਹੀ ਚੀਜ਼ ਸੀ। ਇਹ ਚੀਜ਼ ਸੰਯੁਕਤ ਮੋਰਚਾ ਕਹਿੰਦਾ ਸੀ। ਜਦੋਂ ਮੈਂ ਅੱਗੇ ਆਉਣਾ, ਪੰਜਾਬ ਦੀ ਇਹ ਸਾਰੀ ਗੱਲ ਚੱਲ ਰਹੀ ਹੈ, ਜਦੋਂ ਦਿੱਲੀ ਆ ਗਏ, ਮੋਰਚੇ ਲੱਗ ਗਏ, ਇੱਕ 26 ਨਵੰਬਰ ਦਾ ਅਜਿਹਾ ਦਿਨ ਆਇਆ ਜਦੋਂ ਸੰਯੁਕਤ ਮੋਰਚਾ ਕਹਿ ਰਿਹਾ ਸੀ ਸਾਨੂੰ ਇੱਕ ਰੋਡ ਮੈਪ ਤੈਅ ਕੀਤਾ ਗਿਆ, ਅਸੀਂ ਸਾਰੀਆਂ ਗੱਲਾਂ ਉਸੇ ਦੇ ਮੁਤਾਬਕ ਕਰਾਂਗੇ ਤੇ ਸ਼ਾਂਤਮਈ ਚੱਲੇਗਾ, ਪਰ ਤੁਸੀਂ ਉਦੋਂ ਵੀ ਵੱਖਰੇ ਚੱਲੇ। ਉਸ ਦਾ ਨੁਕਸਾਨ ਬਹੁਤ ਵੱਡਾ ਹੋਇਆ। ਅੱਜ ਵੀ ਯਾਦ ਕੀਤਾ ਜਾਂਦਾ ਕਿ ਬਹੁਤ ਪਰਚੇ ਹੋਏ ਉੱਥੇ। ਇੱਕ ਨਵਪ੍ਰੀਤ ਜਿਹੜਾ ਨੌਜਵਾਨ ਆ ਉਹ ਸ਼ਹੀਦ ਹੋ ਗਿਆ। ਹਾਂ, ਇਹ ਮੈਂ ਕਿਹਾ ਤੁਸੀਂ 26 ਜਨਵਰੀ ਦੀ ਘਟਨਾ ਨੂੰ ਕਰ ਰਹੇ। ਜਦੋਂ ਦਿੱਲੀ ਦਾ ਘੋਲ ਆ ਉਹ 'ਚ ਸਾਡਾ ਕੋਈ ਵਖਰੇਵਾਂ ਨਹੀਂ ਸੀ ਹੈਗਾ। ਆਪਾਂ ਰੇਲ ਰੋਕੋ ਪਹਿਲੋਂ ਸ਼ੁਰੂ ਕੀਤਾ ਤਾਂ ਰੇਲ ਰੋਕੋ ਕੰਟੀਨਿਊਟੀ ਰੱਖਿਆ। ਜਿਹੜਾ ਦਿੱਲੀ ਦੇ ਮੋਰਚੇ ਦਾ ਐਲਾਨ ਹੋਇਆ, ਆਪਾਂ ਕੋਈ ਵਿਰੋਧ ਉਹਦੇ ਵਿੱਚ ਆਪਣਾ ਵੀ ਅਸੀਂ ਜਾਵਾਂਗੇ, ਠੀਕ ਆ। ਤਾਂ ਉਹਦੇ ਵਿੱਚ ਕਿਉਂਕਿ ਇਹਨਾਂ ਦਾ ਐਲਾਨ ਸੀਗਾ ਵੀ ਅਸੀਂ ਸਰਹੱਦਾਂ ਤੇ ਬਹਿਣਾ, ਤੇ ਅਸੀਂ ਵੀ ਟੋਲ ਪਲਾਜ਼ਾ ਆਪਣਾ ਦੇਖ ਆਏ ਸੀ ਵੀ ਚੰਡੀਗੜ੍ਹ ਲਾ ਕੇ ਬਨੂੜ ਵਾਲਾ ਵੀ ਚੱਲ ਪਈ, ਉੱਥੇ ਤਾਕਤ ਘੱਟ ਆ, ਪਰਲੇ ਬੰਨੇ ਗਰਾਹਾਂ ਹੋਣੀਆਂ, ਵਿਚਕਾਰ ਇਹ ਸੀ ਸ਼ੰਭੂ ਤੇ, ਤਾਂ ਅਸੀਂ ਉੱਥੇ ਲੱਖੋਵਾਲ ਤੇ ਕਿਤੇ ਹੋਰ ਸੀ ਡੱਲੇਵਾਲ। ਅਸੀਂ ਉਹਨਾਂ ਨੂੰ ਮਿਲੇ ਮਾਲੇ, ਉਹ ਕਹਿੰਦੇ ਚੱਲਿਆ ਤੁਸੀਂ ਵੀ ਆ ਜਾਓ। ਅਸੀਂ ਆਖਿਆ ਚੱਲ ਇੱਥੇ ਅਸੀਂ ਬੈਠਕ ਵੀ ਸਾਰੇ ਨਾਕੇ ਬੰਦ ਹੋ ਜਾਣਗੇ ਵੀ ਚਲੋ, ਵੀ ਉਦੋਂ ਨਹੀਂ ਸੀ ਵੀ ਨਾਕੇ ਤੋੜ ਕੇ ਜਾਣਾ ਵਾ। ਤਾਂ ਉਹਦੇ ਵਿੱਚ ਦੀ ਜਦੋਂ ਰੇਲ ਲਾਂਭਾ ਅੱਜ ਵੀ ਦਿੰਦੇ ਆ ਕਈ ਨੌਜਵਾਨ, ਕਹਿੰਦੇ ਸੀ ਕਿਸਾਨ ਆਗੂ ਸਾਡੇ ਕਹਿੰਦੇ ਸੀ ਉੱਥੇ ਬੈਠੇ ਰਹੋ, ਫਿਰ ਹੱਲ ਨਹੀਂ ਸੀ ਹੋਣਾ। ਅੱਜ ਇੱਥੇ ਲੈ ਕੇ ਆਏ ਆ ਤਾਂ ਜਾ ਕੇ ਹੱਲ ਹੋਇਆ। ਖੈਰ ਚਲੋ, ਸਾਡੀ ਪਾਲਿਸੀ ਤਾਂ ਇਹ ਨਹੀਂ ਸੀ, ਫੈਸਲਾ ਉਹਨਾਂ ਦਾ ਸੀਗਾ। ਅਸੀਂ ਕਿਹਾ ਵੀ ਚਲੋ ਦੇਖਦੇ, ਫਿਰ ਪਹਿਲੋਂ ਜਾ ਕੇ ਬਹਿਨੇ, ਫਿਰ ਦੇਖਾਂਗੇ ਗਾਂ ਕੀ ਬਣਦਾ। ਚਲੋ ਉਹਦੇ 'ਚ ਕਿਹਾ ਵੀ ਜਦੋਂ ਰੇਲ ਰੋਕੋ, ਕੈਪਟਨ ਮਨਿੰਦਰ ਸਿੰਘ ਨੇ ਕਿਹਾ ਵੀ ਸਰਕਾਰ ਦੀ ਦੇਖੋ ਨਾ 2 ਪਾਲਿਸੀਆਂ ਸੀ। ਵੀ ਕੇਂਦਰ ਕਹਿੰਦਾ ਸੀ ਵੀ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ, ਠੀਕ ਹੈ ਜੀ, ਤੇ ਮਾਲ ਗੱਡੀਆਂ ਲਈ ਲਾਂਘਾ ਦੇ ਦਿੱਤਾ ਸੀ। ਸਾਡੇ ਵਾਲੇ ਰੇਲ ਟਰੈਕ ਤੇ ਜਿਹੜੇ ਬੈਠੇ ਉੱਥੇ ਲਾਂਘਾ ਕਨਵਰਟ ਹੈਗਾ ਸੀਗਾ, ਮਾਲ ਗੱਡੀ ਲੰਘਣ ਦੀ ਸਮੱਸਿਆ ਨਹੀਂ ਸੀਗੀ। ਮੈਂ ਕਿਹਾ ਨਗਾ ਲਓ, ਜਾਂ ਤਾਂ ਤੁਹਾਨੂੰ ਸਮੱਸਿਆ ਆਉਂਦੀ। ਬਸਤੀ ਟੈਂਕਾਂ ਵਾਲੇ ਸੀ ਛੱਡਤਾ ਉਦੋਂ ਬਾਅਦ ਵੀ ਇੱਥੇ ਲੰਘਣ ਦਾ ਰਾਹ ਨਹੀਂ ਹੈਗਾ, ਤਾਂ ਅਸੀਂ ਜਿੰਨਾ ਚਿਰ ਤੁਸੀਂ ਕਾਨੂੰਨ ਵਾਪਸ ਨਹੀਂ ਲੈਂਦੇ ਅਸੀਂ ਰੇਲ ਨਹੀਂ ਛੱਡਾਂਗੇ। ਅੰਦੋਲਨ ਤਾਂ ਉਹੀ ਸੀ, ਬਾਕੀ ਕੰਮ ਚੱਲਦਾ ਸੀਗਾ। ਜੇ ਕੰਮ ਨਾ ਚੱਲਦਾ ਹੁੰਦਾ ਸੀ ਦੇਖਦੇ। ਉਹਦਾ ਸੀਗਾ ਵੀ ਮੇਰੀ ਹਾਨੀ ਹੁੰਦੀ ਹੈ, ਜਿਵੇਂ ਉਹ ਕਹਿੰਦਾ ਸੀਗਾ ਵੀ ਨਹੀਂ। ਉਹਨੇ 25 ਸਤੰਬਰ ਨੂੰ ਸਾਡੇ ਤੇ ਉੱਥੇ ਚੜਾਈ ਕੀਤੀ, ਠੀਕ ਹੈ। ਅਸੀਂ ਨਹੀਂ ਮੰਨੇ ਵੀ ਯਾਰ ਠੀਕ ਹੈ, ਕੁੱਟ ਕੇ ਦੇਖ ਲਓ, ਪਛਾਂ ਹਟ ਗਿਆ। ਤਾਂ ਫਿਰ ਅਸੀਂ ਉਦੋਂ ਇੱਕ ਦਿਨ ਲੇਟ 27 ਨੂੰ ਤੁਰੇ ਇੱਥੋਂ, ਤਾਂ ਫਿਰ ਅਸੀਂ ਵੀ ਇੱਥੇ ਪੁੱਜ ਗਏ। ਤਾਂ ਮਤਲਬ ਦਿੱਲੀ ਆਉਣ 'ਚ ਉੱਥੇ ਕਈ ਮਸਲੇ ਤੇ ਜਿਹੜੀਆਂ ਕਾਲਾਂ ਇਹ ਤੋਂ ਪਹਿਲੋਂ ਵੀ ਮਤਲਬ ਹੋਈਆਂ ਵਾ ਸਾਂਝੇ ਆਲ ਇੰਡੀਆ ਲੈਵਲ ਤੇ, ਜਿਹੜੀ ਆਲ ਇੰਡੀਆ ਸੰਘਰਸ਼ ਕਮੇਟੀ ਹੁੰਦੀ ਸੀ ਇਹਨਾਂ ਦੀ, ਉਹਦਾ ਉਹ ਵੀ ਅਸੀਂ ਕੀਤੀਆਂ। ਇਸ ਕਰਕੇ ਨਹੀਂ ਕੀਤੀਆਂ ਵੀ ਉਹਨਾਂ ਦੇ ਪੇਪਰ 'ਚ ਆ ਜਾਂਦਾ ਸਾਨੂੰ ਫੋਨ ਕਰੋਗੇ, ਮੈਂ ਕਿਹਾ ਕਰਾਂਗੇ ਯਾਰ, ਕੀ ਡਰ ਆ, ਹੈ ਤਾਂ ਉਹਨਾਂ ਦੇ ਵਿਰੋਧ 'ਚ। ਤੇ ਆਲ ਇੰਡੀਆ ਲੈਵਲ ਤੇ ਗੱਲ ਹੋਣੀ ਆ। 2 ਘੰਟੇ ਆਇਆ ਸੀ ਕਿਤੇ ਚੌਂਕ ਜਾਮ ਕਰਦਾ ਸੀ, ਉਹ ਵੀ ਕੀਤਾ ਗੱਲ ਨੂੰ। ਤਾਂ ਮਤਲਬ ਇਹ ਕਿਸੇ ਵਾਸਤੇ ਨਹੀਂ ਵੀ ਉਹ ਸਾਂਝਾ ਹੋ ਜਾਂਦਾ, ਦੇਸ਼ ਲੈਵਲ ਤੇ ਜ਼ਿਆਦਾ ਬਾਹਰ ਆਉਂਦਾ ਵਾ। ਤਾਂ ਅਸੀਂ ਕਦੀ ਇਹ ਨਹੀਂ ਸਮਝਿਆ ਵੀ ਕਾਲ ਕੌਣ ਕਰਦਾ। ਇਹਦੋਂਗਾ ਸਾਨੂੰ ਫੋਨ ਆਉਂਦੇ ਰਹੇ ਇਹਨਾਂ ਦੇ ਵੀ ਤੁਸੀਂ ਨਹੀਂ। ਮੈਂ ਕਿਹਾ ਤੁਸੀਂ ਯਾਰ ਫੈਸਲਾ ਤੁਸੀਂ ਕਰਦੇ ਹੋ, ਲਾਗੂ ਅਸੀਂ ਕਰੀਏ ਨੇ, ਤੁਹਾਨੂੰ ਕੀ ਇਤਰਾਜ਼ ਆਉਂਦੇ ਯਾਰ, ਇਹ ਤਾਂ ਸ਼ਾਬਾਸ਼ ਗੱਲ ਆ ਤੁਹਾਡੇ ਲਈ। ਤਾਂ ਰੌਲਾ ਕੋਈ ਨਹੀਂ ਸੀ, ਪਰ ਰੌਲਾ ਤਾਂ ਹੁੰਦਾ ਨਾ ਵੀ ਤੁਸੀਂ ਆਪ ਦੀ ਪਕਾਓ ਕਿਸੇ ਮਸਲੇ ਤੇ,
ਉਹ ਮਰਜ਼ੀ। ਇਹਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਈ, ਸ਼ਾਇਦ ਉਹ ਸੋਸ਼ਲ ਮੀਡੀਆ ਤੇ ਵੱਧ ਰਹੀ ਹੈ, ਘੱਟ ਮੀਟਿੰਗਾਂ 'ਚ ਘੱਟ ਰਹੀ ਹੈ। ਜਦੋਂ ਮੀਟਿੰਗਾਂ ਹੁੰਦੀਆਂ ਸੀ, ਮੇਰਾ ਇਹ ਸਵਾਲ ਇਸ ਕਰਕੇ ਜੁੜਿਆ ਹੋਇਆ ਕਿ ਕਿਸਾਨ ਜਥੇਬੰਦੀਆਂ ਦੀ ਆਪਸੀ ਤਾਲਮੇਲ ਦੀ ਕਿਤੇ ਨਾ ਕਿਤੇ ਘਾਟ ਰੜਕਦੀ ਰਹੀ, ਸਵਾਲ ਬਹੁਤ ਉੱਠਦੇ ਸੀ, ਤੁਸੀਂ ਮੀਟਿੰਗ 'ਚ ਕਦੇ ਜਾਣਾ ਕਦੇ ਨਹੀਂ ਜਾਣਾ। ਤਾਂ ਮੀਟਿੰਗ ਦੇ ਵਿੱਚ ਵੀ ਹਿੱਸਾ ਰਹੇ ਹੋ, ਤੁਹਾਨੂੰ ਸੱਜੀਆਂ ਧਿਰਾਂ ਵਾਲੇ ਠੀਕ ਲੱਗੇ ਜਾਂ ਖੱਬੀਆਂ ਧਿਰਾਂ ਵਾਲੇ ਠੀਕ ਲੱਗੇ? ਦੇਖੋ ਕੋਈ ਅਸੀਂ ਇਸ ਕਦਮ ਇਹ ਦੱਸੋ ਕਿ ਤੁਸੀਂ ਕਿਹੜੀ ਧਿਰ ਵਾਲੇ ਹੋ? ਇਹ ਤਾਂ ਤੁਸੀਂ ਕੱਢ ਲਓ ਵੀ ਜਿਹੜੀ ਢਿੱਡ ਵਾਲੇ ਅਸੀਂ ਆ, ਠੀਕ ਆ। ਤੁਸੀਂ ਦੱਸ ਸਕਦੇ ਅਸੀਂ ਤਾਂ ਦੇਖੋ ਕਿਸਾਨ ਜਥੇਬੰਦੀ ਬਣਾਈ ਆ, ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰਦੇ ਆ, ਠੀਕ ਆ। ਉਹ ਧਿਰ ਕਿਹੜੀ ਆ ਤੁਸੀਂ ਹਿਸਾਬ ਲਾ ਲਓ, ਖੱਬੇ ਜਾਂਦੇ ਕਿ ਸੱਜੇ ਜਾਂਦੇ। ਖੱਬੇ ਸਾਨੂੰ ਜਿਹੜੇ ਕਮਿਊਨਿਸਟ ਕਹਿੰਦੇ ਨਾ, ਜਿਹੜੇ ਖੱਬੇ ਵੀ ਨਹੀਂ ਸੱਜੇ ਨਹੀਂ, ਵਿੱਚ ਵਿਚਾਲੇ ਵਾਲੇ ਤੰਗ ਵੀ ਬਹੁਤ ਕਰਦੇ ਆ। ਚੱਲ ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਜਿਹੜੇ ਕਮਿਊਨਿਸਟ ਆ ਸਾਨੂੰ ਬੁਰਜਵਾ ਇਨਕਲਾਬੀ ਕਹਿੰਦੇ ਆ, ਉਹਨਾਂ ਦੀ ਭਾਸ਼ਾ ਅਨੁਸਾਰ ਜੋ ਮਰਜ਼ੀ ਕਹਿਣ, ਚਲੋ ਇਹ ਤਾਂ ਸਮਾਂ ਦੱਸੋ ਕੌਣ ਕੀ ਆ। ਹਾਂ ਅਸੀਂ ਇਨਕਲਾਬੀ ਨਹੀਂ ਹੈਗੇ ਉਵੇਂ, ਠੀਕ ਆ। ਹਾਂ ਸਾਡੇ ਕੰਮ ਇਨਕਲਾਬੀਆਂ ਵਾਲੇ, ਇਹ ਤਾਂ ਲੋਕ ਫੈਸਲੇ ਕਰ ਲੈਣਗੇ ਵੀ ਕੀ ਕੀ ਹੈਗਾ। ਤਾਂ ਅਸੀਂ ਇਹ ਨਹੀਂ ਹੈਗਾ। ਮੀਟਿੰਗਾਂ 'ਚ ਅਸੀਂ ਆਏ, ਜਦੋਂ ਅਸੀਂ ਦਿੱਲੀ ਆਏ ਮੀਟਿੰਗਾਂ ਵੀ ਅਟੈਂਡ ਕੀਤੀਆਂ, ਕੋਈ ਰੌਲਾ ਨਹੀਂ, ਸਾਰੇ ਕੰਮ ਕੀਤੇ, ਫੈਸਲੇ ਵੀ ਸਾਂਝੇ ਹੋਏ, ਠੀਕ ਹੈ ਜੀ। ਤਾਂ 26 ਵਾਲਾ ਫੈਸਲਾ ਵਿੱਚ ਸਾਡੀ ਪ੍ਰਪੋਜ਼ਲ ਸੀ ਵੀ ਚਲੋ ਹੋਰ ਹਿਸਾਬ ਨਾਲ ਲਾਗੂ ਹੋਈ ਵੀ ਠੀਕ ਹੈ ਕਰਨੀ ਚਾਹੀਦੀ ਹੈ। ਤਾਂ ਸਵਾਲ ਤਾਂ ਇੰਨਾ ਸੀ ਨਾ ਵੀ ਤੁਸੀਂ ਕੋਈ ਨਹੀਂ ਇਸ਼ੂ ਹੈਗਾ ਵੀ ਤੁਸੀਂ ਸਾਡਾ ਕਿਤੇ ਬਿਆਨ ਦੇਖੋ, ਅਸੀਂ ਕਦੀ ਨਹੀਂ ਕਿਹਾ ਵੀ ਜਿਹੜਾ ਆਪਣਾ ਇੰਡੀਆ ਗੇਟ ਹੈ ਉੱਥੇ ਜਾ ਕੇ ਪੈਲੀ ਵਾ ਦਾਂਗੇ ਜੀ, ਇੱਕ ਬੰਨੇ ਟੈਂਕ ਚੱਲੂ, ਇੱਕ ਬੰਨੇ ਟਰੈਕਟਰ ਚੱਲੂਗਾ ਜੀ, ਹਿੱਕ ਤੇ ਟਰੈਕਟਰ ਨੱਚਣਗੇ ਜੀ। ਇੱਕ ਦਾ ਬਿਆਨ ਸੀ ਵੀ ਇਹ ਜੀ ਵੱਡ ਫੱਟ ਲਾਲ ਕਿਲੇ ਤੇ ਹੋਊਗੀ, ਉਹਦੀ ਜ਼ਿੰਮੇਵਾਰੀ ਕਿਹਦੀ ਹੋਊਗੀ। ਤੁਸੀਂ ਸਾਡਾ ਬਿਆਨ ਕੱਢੋ ਕੋਈ, ਠੀਕ ਹੈ। ਜਾਣਾ ਅੰਦਰ, ਦਿੱਲੀ ਅੰਦਰ ਜਾਣ ਦਾ ਫੈਸਲਾ ਹੋਇਆ ਵੀ ਜਾਵਾਂਗੇ ਜੀ। ਫਿਰ ਰਿੰਗ ਰੋਡ ਦਾ ਵੀ ਉਹਨਾਂ ਨੇ ਕਰ ਲਿਆ, ਉਦੋਂ ਨਹੀਂ ਸੀ, ਅਸੀਂ ਤੋਂ ਮਰਜ਼ੀ ਨਾਲ ਕੀਤਾ ਸੀਗਾ, ਕਿਸ ਕੋ ਸਲਾਹ ਨਹੀਂ ਲਈ, ਚੱਕ ਕੇ ਠੋਕਦਾ ਸੀਗਾ। ਇਹ ਤੋਂ ਦੂਜਾ ਤੋਂ ਅਸੀਂ ਕਿਹਾ ਚਲੋ ਰਿੰਗ ਰੋਡ ਹੀ ਸਹੀ, ਜਿੱਤਾ ਕੀਤਾ। ਹੁਣ ਤੁਹਾਡੇ ਲੱਖਾਂ ਲੋਕ ਤੁਹਾਡੇ ਆ ਕੇ ਬਹਿ ਜਾਂਦੇ, ਲੱਖਾਂ ਟਰੈਕਟਰ ਆ ਕੇ ਬਹਿ ਜਾਂਦੇ ਤੁਹਾਡੇ ਕੋਲ, ਤੁਸੀਂ ਓਵਰਨਾਈਟ ਫੈਸਲਾ ਚੇਂਜ ਕਰਦੇ ਹੋ। ਹੋਏ ਕਿਸੇ ਆਪਣੇ ਕੋਲ ਤਾਂ ਕੁੱਟ ਖਾਣੀ ਸੀ। ਦਲੀਲ ਇਹ ਦਿੰਦੇ ਰਹੇ ਵਾਰ-ਵਾਰ ਕਿ ਅਸੀਂ ਸ਼ਾਂਤੀ ਨੂੰ ਧਿਆਨ 'ਚ ਰੱਖਣਾ ਹੈ, ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ। ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਗੱਲ ਹੋਈ। ਸ਼ਾਂਤੀ ਦਾ ਹੁੰਦਾ ਕੋਈ ਵੇਰਵਾ ਤੁਸੀਂ ਦੱਸੋ ਨਾ ਵੀ ਜੇ ਇਕੱਠੇ ਜਾਂਦੇ ਸਰਕਾਰ ਦੀ ਜੋ ਹਸ਼ਰ ਸੀਗਾ, ਸਰਕਾਰ ਤਾਂ ਮਰੀ ਪਈ ਸੀ। ਸ਼ਾਂਤੀ ਕਿ ਉਦਾਂ ਤੁਸੀਂ ਆਪਦੇ ਹਿਸਾਬ ਨਾਲ ਜਸਟੀਫਿਕੇਸ਼ਨ ਕਰੋ, ਉਹ ਅੱਡ ਚੀਜ਼ਾਂ ਹੁੰਦੀਆਂ। ਪਰ ਸਵਾਲ ਤਾਂ ਇਹ ਹੁੰਦਾ ਵੀ ਕਦੀ ਸਰਕਾਰ ਕੋ ਰੂਟ ਮੰਗ ਕੇ ਲੈ ਜਾਂਦੇ ਆ, ਕਦੀ ਸਰਕਾਰ ਰੂਟਾਂ ਤੈਅ ਕਰਦੀਆਂ ਹੁੰਦੀਆਂ। ਅੰਦੋਲਨ ਤਾਂ ਅਸੀਂ ਤੈਅ ਕਰਦੇ ਹੁੰਨੇ ਆ ਤੇ ਆਪਦੇ ਹਿਸਾਬ ਨਾਲ ਚੱਲਦੇ ਹੁੰਨੇ ਆ। ਜੇ ਸਾਰਾ ਕੁਝ ਇੱਕ ਢੰਗ ਨਾਲ ਚੱਲ ਗਿਆ ਤਾਂ ਪੁਰਅਮਨ ਤਰੀਕੇ ਨਾਲ ਏਡੇ ਵੱਡੇ ਚ ਨਿਕਲ ਕੇ ਆ ਗਿਆ ਉਹ, ਤਾਂ ਜੇ ਸਾਰੇ ਹੁੰਦੇ ਤਾਂ ਕੁਝ ਵੀ ਨਹੀਂ ਸੀ ਹੋਣਾ। ਤੁਸੀਂ ਮੰਨਦੇ ਇੱਕ ਜਥੇਬੰਦੀ ਸੀ ਵੀ ਉਹ ਕਰਕੇ ਨਿਕਲ ਆਈ, ਭਾਵੇਂ ਉਹਦਾ ਉਹ ਪ੍ਰੋਗਰਾਮ ਸੀ ਜੋ ਹੋ ਗਿਆ, ਪਰ ਜੇ ਸਾਰੇ ਹੁੰਦੇ ਤਾਂ ਕੁਝ ਵੀ ਨਹੀਂ ਸੀ ਹੋਣਾ ਹੈਗਾ। ਤਾਂ ਸਵਾਲ ਇਹ ਨਹੀਂ ਹੈਗਾ, ਸਵਾਲ ਤਾਂ ਹੈਗਾ ਵੀ ਜਿਹੜੀ ਚੀਜ਼ ਤੁਸੀਂ ਮਾਈਂਡ 'ਚ ਫਿੱਟ ਕਰਤੀ ਬੰਦਿਆਂ ਦੇ, ਉਸ ਗੱਲ ਨਾਲ ਜੁੜ ਕੇ ਆ ਗਏ ਤੁਹਾਡੇ ਕੋਲ। ਹੁਣ ਤੁਸੀਂ ਪਿੱਛੇ ਜਾਂਦੇ ਹੋ, ਸਰਕਾਰ ਦੀ ਕੁੱਟ ਖਾ ਲਓ, ਤੁਹਾਡਾ ਕੁਝ ਨਹੀਂ ਵਿਗੜਦਾ। ਆਪਦੀਆਂ ਦੀ ਕੁੱਟ ਤੋਂ ਤੁਸੀਂ ਕਦੀ ਨਹੀਂ ਬਚ ਸਕਦੇ, ਫਿਰ ਤੁਹਾਡਾ ਭਰੋਸਾ ਟੁੱਟ ਗਿਆ, ਤੁਹਾਡੇ ਨਾਲ ਆਉਣਾ ਹੀ ਨਹੀਂ ਕਿਸੇ ਨੇ ਹੈਗਾ। ਤਾਂ ਅਸੀਂ ਦੇਖਿਆ ਵੀ, ਬਾਅਦ ਚੋਂ ਦੇਖਿਆ ਵੀ। ਤਾਂ ਇਹ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਵਿੱਢੀ ਗਈ, ਐਮਐਸਪੀ ਨਾਲ ਜੁੜਦਾ ਗਿਆ ਕਿ ਐਮਐਸਪੀ ਦਾ ਕਾਨੂੰਨ ਪੂਰੇ ਦੇਸ਼ 'ਚ ਹੋਣਾ ਚਾਹੀਦਾ, ਸਾਰੇ ਦੇਸ਼ ਦੇ, ਕਿਉਂਕਿ ਪੰਜਾਬ ਹਰਿਆਣੇ ਤੋਂ ਸ਼ੁਰੂਆਤ ਹੋਈ, ਸਾਰਾ ਦੇਸ਼ ਜੁੜ ਗਿਆ ਨਾਲ, ਕਿਸਾਨ ਆਏ। ਤਾਂ ਉਹਨਾਂ ਕਾਨੂੰਨਾਂ ਦੀ ਮੰਗ ਨੂੰ ਲੈ ਕੇ ਔਰ ਰੱਦ ਦੀ ਮੰਗ ਨੂੰ ਲੈ ਕੇ ਉਸ ਤੋਂ ਬਾਅਦ ਜਿਹੜੀਆਂ ਤਮਾਮ ਮੰਗਾਂ ਜੁੜਦੀਆਂ ਗਈਆਂ, ਜਿਵੇਂ ਜਿਵੇਂ ਅੰਦੋਲਨ ਵੱਧਦਾ ਗਿਆ, ਜਿਵੇਂ ਪਰਚਿਆਂ ਵਾਲੀ ਮੰਗ ਤਾਂ ਬਾਅਦ ਵਿੱਚ ਜੁੜੀ ਹੈ ਕਿ ਪਰਚੇ ਹੋਏ ਤੇ ਉਹ ਰੱਦ ਹੋਣੇ ਚਾਹੀਦੇ ਆ। ਤੁਹਾਡੇ ਮਨ ਦੇ ਵਿੱਚ ਜਾਂ ਜ਼ਿਹਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਈਆਂ ਜਿਹੜੀਆਂ ਪਹਿਲਾਂ ਧਿਆਨ 'ਚ ਨਹੀਂ ਸੀ ਕਿ ਇੱਥੇ ਆ ਕੇ ਆਈਆਂ ਕਿ ਦਿੱਲੀ ਦੇ ਵਿੱਚ ਹੁਣ ਆਏ ਆ ਤੇ ਇਹ ਵੀ ਲੈ ਕੇ ਜਾਣਾ? ਹੁਣ ਐ ਨਹੀਂ ਹੈਗਾ। ਜਿਹੜਾ ਮੰਗ ਪੱਤਰ ਇਹ ਵੀ ਦੇ ਕੇ ਆਏ, ਜਿਹੜੀਆਂ ਮੀਟਿੰਗਾਂ ਕੀਤੀਆਂ ਤੁਸੀਂ ਦੇਖੋ, ਸ਼ੁਰੂਆਤੀ ਮੀਟਿੰਗਾਂ ਵਿੱਚ ਕੁਝ ਚੁਣੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ, ਉਹ 'ਚ ਅਸੀਂ ਵੀ ਸੀ। ਤਾਂ ਅਸੀਂ ਉਹਨਾਂ 'ਚੋਂ ਮੇਰੀ ਬਾਈਟਾਂ ਕੱਢੋ ਵੀ ਸਾਰਿਆਂ ਨੂੰ ਸੱਦੋ, ਅਸੀਂ ਨਹੀਂ ਜਾਣਾ। ਤੋਮਰ ਸਾਹਿਬ ਦਾ ਫੋਨ ਬਣ ਕੇ ਤੁਸੀਂ ਕਿਉਂ ਨਹੀਂ ਆਉਂਦੇ? ਤੁਸੀਂ ਜਾਂਦੇ ਨਹੀਂ ਰਹੇ ਕਈ ਮੀਟਿੰਗ। ਅਸੀਂ ਕਿਹਾ ਵੀ ਯਾਰ ਜਾਣਾ ਕੀ ਆ, ਤੁਸੀਂ ਸਾਰਿਆਂ ਨੂੰ ਸੱਦਦੇ ਨਹੀਂ ਹੈਗੇ। ਤਾਂ ਤੁਹਾਡੇ ਪ੍ਰਧਾਨ ਮੰਤਰੀ ਅਸੀਂ ਕਿਹਾ ਬਿਆਨ ਇੱਕ ਬਣੇ ਦਾਗ ਰਹੇ ਵੀ ਕਾਨੂੰਨ ਬਹੁਤ ਚੰਗੇ ਆ, ਕਾਨੂੰਨਾਂ ਦੀ ਸਹੀ ਜਾਣਕਾਰੀ ਨਹੀਂ ਹੈਗੀ, ਤਾਂ ਦੱਸੋ ਚ ਮੀਟਿੰਗ ਕਰਨ ਦਾ ਕੀ ਬੈਨੀਫਿਟ ਹੈ? ਇੱਕ ਬੰਨੇ ਬਿਆਨਬਾਜ਼ੀ ਤਾਂ ਸਹੀ ਕਰਾਓ, ਤਾਂ ਅਸੀਂ ਆ ਜਾਾਂਗੇ। ਚਲੋ ਉਹ ਸਾਡਾ ਆਪਦਾ ਸਟੈਂਡ ਸੀਗਾ। ਚੱਲ ਬਾਅਦ ਵਿੱਚ ਅਸੀਂ ਇੱਥੇ ਆਏ ਸੀਗੇ, ਇਹਨਾਂ ਦਾ ਵੀ ਕਹਿਣਾ ਸੀ ਵੀ ਯਾਰ ਤੁਸੀਂ ਵੀ ਚੱਲੋ ਯਾਰ, ਪ੍ਰੈਸ਼ਰ ਬਣਦਾ ਵਾ। ਚਲੋ ਅਸੀਂ ਮੀਟਿੰਗਾਂ 'ਚ ਵੀ 2-3 ਮੀਟਿੰਗਾਂ 'ਚ ਅਟੈਂਡ ਵੀ ਕੀਤੀਆਂ, ਕੰਮ ਕੀਤਾ। ਤਾਂ ਮਤਲਬ ਇਹ ਸੀਗਾ ਇੱਥੇ ਕੁਝ ਨਹੀਂ। ਜਿਹੜਾ ਮੰਗ ਪੱਤਰ ਪਹਿਲੇ ਦਿਨ ਬਣਿਆ ਉਦੋਂ ਮੰਗਾਂ ਹੋ ਗਈਆਂ ਸੀ, ਬਿਜਲੀ ਸੋਧ ਵੇਲੇ ਤੋਂ ਪਹਿਲੋਂ ਦਾ ਸੀ। 3 ਕਾਨੂੰਨ ਉਦੋਂ ਆ ਗਏ, ਪੋਲੂਸ਼ਨ ਵਾਲਾ ਐਕਟ ਉੱਤਰ ਭਾਰਤ ਦਾ ਉਹ ਵੀ ਨਿਕਲ ਆਇਆ ਸੀ, 3 ਤਾਂ ਹੋ ਗਏ, ਤੇ ਐਮਐਸਪੀ ਗਰੰਟੀ ਕਾਨੂੰਨ ਵੀ ਲਗਭਗ ਨੇੜੇ ਆ ਗਿਆ ਸੀ। ਤਾਂ ਚਾਰੇ ਚੀਜ਼ਾਂ ਦਿੱਲੀ ਦੇ ਅੰਦੋਲਨ ਤੋਂ ਚੱਲਣ ਲੱਗ ਗਏ, ਸਾਰੀਆਂ ਰਲ ਗਈਆਂ ਸੀ। ਉਦੋਂ ਬਾਅਦ ਕੁਝ ਨਹੀਂ ਨਵਾਂ ਆਇਆ, ਫਿਰ ਬੰਗਾ ਵੱਜ ਜਾਣੀਆਂ। ਚਵਾਂ ਤੇ ਇਹੀ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਸੀ। ਇਸ ਤੋਂ ਇਲਾਵਾ ਅੱਜ ਲੱਗਦੀ ਹੈ ਕੋਈ ਤੁਹਾਨੂੰ, ਅੱਜ ਬੈਠਦੇ ਹੋ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ, ਕੋਈ ਹੋਰ ਇਹੋ ਜਿਹਾ ਚੀਜ਼ ਨਾ ਆ ਜੇ ਕਿ ਇਹ ਰੱਦ ਹੋਣ ਤੇ ਹੋਰ ਪੰਗਾ ਪੈ ਜੇ? ਨਾ ਦੇਖੋ, ਜਿਹੜੀ WHO ਦੀ, WTO ਦੀ ਜਾਂ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਉਹ ਤਾਂ ਬਦਲੀ ਨਹੀਂ।
ਆਉਣੀਆਂ, ਪੂਰੇ ਦੇਸ਼ 'ਚ ਆਉਣੀਆਂ ਹੀ ਆ। ਐ ਨਹੀਂ ਕਹਿੰਦੇ ਵੀ ਨਹੀਂ ਆਊਗਾ, ਕੱਲ ਨੂੰ ਬਦਲ ਕੇ ਉਹ ਲੁਕਵੇਂ ਢੰਗ ਨਾਲ ਚੀਜ਼ਾਂ ਇਸ ਤਰੀਕੇ ਨਾਲ ਲੈ ਕੇ ਆਉਣਗੇ, ਸੂਖਮ ਤਰੀਕੇ ਨਾਲ ਸਿੱਧਾ ਵਾਰ ਨਹੀਂ ਕਰਨਗੇ। ਉਹਨਾਂ ਨੂੰ ਲੱਗਾ ਵੀ ਅਸੀਂ ਗਲਤੀ ਕਰ ਗਏ ਆ, ਅਸੀਂ ਸਿੱਧਾ ਉਸ ਤਬਕੇ ਤੇ ਵਾਰ ਕਰ ਲਿਆ ਜਿਹੜਾ ਸਭ ਤੋਂ ਵੱਡਾ ਹੀ ਦੇਸ਼ ਦਾ, ਤੋਂ ਫਸ ਗਏ। ਉਹ ਹੁਣ ਉਸ ਤਰੀਕੇ ਨਾਲ ਚੀਜ਼ਾਂ ਲੈ ਕੇ ਆਉਣਗੇ ਵੀ ਉਹ ਤੁਹਾਨੂੰ ਪਤਾ ਵੀ ਨਾ ਲੱਗੇ, ਤੋਂ ਚੀਜ਼ਾਂ ਹੌਲੀ ਹੌਲੀ ਇੱਕ ਹਿਸਾਬ ਨਾਲ ਕਰਨਗੇ। ਤਾਂ ਮੈਨੂੰ ਨਹੀਂ ਲੱਗਦਾ ਵੀ ਉਹ 'ਚ ਕੋਈ ਨਵੀਂ ਮੰਗ ਰੱਖੀ ਗਈ ਹੈ। ਲਗਭਗ ਮੰਗਾਂ ਜੋ ਉਹੀ ਨੇ। ਹਾਂ, ਇੱਕ ਹੁੰਦੀ ਆ ਤੁਹਾਡੇ ਅੰਦੋਲਨ ਦੀ ਉਪਜ, ਜਿਹਨੂੰ ਬਾਈ ਪ੍ਰੋਡਕਟ ਕਹਿੰਦੇ ਆ, ਤਾਂ ਉਪਜ ਲਖੀਮਪੁਰ ਖੀਰੀ ਉਹਦੀ ਉਪਜ ਆ, ਟੋਲ ਪਲਾਜ਼ਾ ਉਹਦੀ ਉਪਜ ਆ, ਹਰਿਆਣੇ ਵਾਲਾ ਕੇਸ ਉਹਦੀ ਉਪਜ ਆ, ਠੀਕ ਹੈ, ਸ਼ਹੀਦ ਉਹਦੀ ਉਪਜ ਆ, ਸ਼ਹੀਦਾਂ ਦਾ ਮੁਆਵਜ਼ਾ, ਤੋਂ ਬਾਕੀ ਚੀਜ਼ਾਂ ਤੋਂ ਉਹਦੇ ਨਾਲ ਜੁੜਮੀਆਂ ਆ ਜਾਂਦੀਆਂ ਨਾ, ਉਹ ਕੋਈ ਮੰਗ ਨਹੀਂ ਹੈ, ਉਹ ਤਾਂ ਬਾਈ ਪ੍ਰੋਡਕਟ ਨੇ। ਘਟਨਾਵਾਂ ਬਿਲਕੁਲ ਵਾਪਰੀਆਂ। ਸਰਵਣ ਸਿੰਘ ਪੰਧੇਰ ਨੂੰ ਜੇਕਰ ਕੋਈ ਪੁੱਛੇ ਕਿ ਤੁਸੀਂ ਇਸ ਅੰਦੋਲਨ ਦੇ ਵਿੱਚ ਤਕਰੀਬਨ 1 ਸਾਲ ਤੋਂ ਤਾਂ ਦਿੱਲੀ 'ਚ ਹੀ ਬੈਠਿਆਂ ਨੂੰ ਹੋ ਗਿਆ, ਇਸ ਤੋਂ ਪਹਿਲਾਂ ਵੀ ਅੰਦੋਲਨ ਹੈ, ਜਦੋਂ ਦਾ ਅੰਦੋਲਨ ਚੱਲਿਆ ਪਹਿਲੇ ਦਿਨ ਤੋਂ ਹੁਣ ਤੱਕ ਗਵਾਇਆ ਕੀ ਹੈ, ਪਾਇਆ ਕੀ ਹੈ? ਲੰਮਾ ਮਾ ਇਹ ਮੇਰੇ ਖਿਆਲ ਨਾਲ ਲੱਗਦਾ ਵੀ ਦੇਖੋ ਗਵਾਇਆ ਵੀ ਹੈਗਾ ਵਾ, ਐ ਨਹੀਂ ਕਹਿੰਦੇ ਤਰਾ ਚੜਾਤਾ ਹੈ, ਪਰ ਪਾਇਆ ਬਹੁਤ ਕੁਛ ਆ। ਇਹ ਕਹਿ ਸਕਦੇ ਆ ਵੀ ਇਹਦੀ ਵੀ ਪਾਇਆ ਬਹੁਤ ਜ਼ਿਆਦਾ ਵਾ। ਪਾਉਣ ਵਿੱਚੋਂ ਸਭ ਤੋਂ ਵੱਡੀ ਗੱਲ ਆ ਵੀ ਭਾਰਤ ਦੇ ਲੋਕਾਂ ਨੂੰ ਆਰਥਿਕ ਮੰਗਾਂ ਤੇ ਜਿਹੜੀ ਭਾਜਪਾ ਦੀ ਪਾਲਿਸੀ ਆ ਵੀ ਉਹ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ, ਫਿਰਕਿਆਂ ਦੇ ਨਾਂ ਤੇ ਵੰਡਦੀ ਆ, ਅਸੀਂ ਕਿਸਾਨ ਮਜ਼ਦੂਰ ਅੰਦੋਲਨ ਦੇ ਨਾਂ ਤੇ ਸਾਰੇ ਭਾਰਤ ਨੂੰ ਇਕਜੁੱਟਤਾ ਕੀਤਾ। ਵੱਡੀ ਪ੍ਰਾਪਤੀ ਲੋਕਾਂ ਦੀ ਇਸ ਅੰਦੋਲਨ ਨੇ ਚੇਤਨਾ ਵਧਾਤੀ ਵੀ ਲੜ ਕੇ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਵਾ, ਔਰ ਇੱਕ ਯੂਨਾਈਟਿਡ ਲੱਗਾ। ਉਦੋਂ ਪਹਿਲੋਂ ਪੰਜਾਬ ਵਿੱਚ ਪੰਜਾਬੀਆਂ ਦਾ ਅਸੀਂ ਦੇਖਿਆ, ਦੁਕਾਨ ਤੇ ਬੈਠਾ ਲਾਲਾ ਕਹਿੰਦਾ ਮੈਂ ਤੁਹਾਡੇ ਨਾਲ ਆ। ਅਸੀਂ ਨਹੀਂ ਸੀ ਆਸ ਰੱਖਦੇ ਵੀ ਲਾਲਾ ਵੀ ਕਹੂ। ਉਹਨੂੰ ਪੁੱਛਿਆ ਕਿਉਂ, ਉਹ ਕਹਿੰਦਾ ਤੁਹਾਡੇ ਨਾਲ ਮੇਰੀ ਦੁਕਾਨ ਆ, ਤੁਸੀਂ ਮਾਰੇ ਗਏ ਤੇ ਮੇਰੀ ਦੁਕਾਨ ਮਾਰੀ ਜਾਣੀ ਆ, ਮੈਂ ਕਹਿੰਦਾ ਤੁਹਾਡੇ ਨਾਲ ਖੜਾ, ਜੋ ਮੈਂ ਲੜ ਸਕਦਾ ਤੁਹਾਡੇ ਨਾਲ। ਤਾਂ ਕੋਈ ਤਬਕਾ ਨਹੀਂ, ਜਾਨੀ ਜਲਿਆਂ ਵਾਲੇ ਬਾਗ 'ਚ ਪੰਜਾਬੀ ਐ ਲੜੇ ਸੀਗੇ, ਉਹ ਲੜ ਜੰਗ 'ਚ ਉਵੇਂ ਇਸ ਜੰਗ 'ਚ ਕੁੱਦੇ ਆ। ਤਾਂ ਇਹ ਪਾਰਟੀਬਾਜ਼ੀਆਂ ਤੋਂ, ਧੜੇਬੰਦੀਆਂ ਤੋਂ, ਹਰ ਕਿਸਮ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਇੱਕ ਅੰਦੋਲਨ, ਜਨ ਅੰਦੋਲਨ ਚੱਲਿਆ। ਇਹ ਆਪਦੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਸੀ। ਇਹਨੂੰ ਪੂਰੀ ਦੁਨੀਆ ਵਿੱਚ ਜਿਹੜੀ ਆ ਉਹ ਹਮਾਇਤ ਮਿਲੀ ਆ। ਜਾਣੀ ਜਿਹੜੇ ਪਾਲਿਸੀ ਬਣਾਉਣ ਵਾਲੇ ਮੁਲਕ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਿੱਧੇ ਰੂਪ ਵਿੱਚ ਇਹ ਸਾਡੇ ਗੱਲ ਦੀ ਜਿਹੜੀ ਆ ਉਹ ਪ੍ਰੋੜਤਾ ਕਰਨੀ ਪਈ। ਭਾਰਤ ਨੂੰ ਮਾੜਾ ਚੰਗਾ ਬੋਲਣਾ ਪਿਆ, ਭਾਵੇਂ ਪਿੱਛੇ ਚਿਹਰੇ ਉਹਨਾਂ ਦੇ ਹੀ ਸੀਗੇ। ਤਾਂ ਇਹ ਚੀਜ਼ਾਂ ਅਸੀਂ ਦੇਖਦੇ ਵੀ ਆਪਣੇ ਆਪ 'ਚ ਤੁਸੀਂ ਜਿਹੜੀ ਚੀਜ਼ ਦੀ ਲੜਦੇ ਜੋ ਪ੍ਰਾਪਤ ਕਰ ਲੈਂਦੇ, ਉਹਦੇ ਪਰਦੇ ਪਿੱਛੇ ਤੁਸੀਂ ਕੀ ਕੁਝ ਪ੍ਰਾਪਤ ਕਰ ਜਾਂਦੇ ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ। ਇਹ ਆ ਪੰਜਾਬ ਪੂਰੇ ਦੇਸ਼ ਦੇ ਸਾਰੇ ਭਾਈਚਾਰਿਆਂ ਦਾ ਦਿਲ ਜਿੱਤਿਆ, ਇੱਕ ਭਾਈਚਾਰਾ ਕਿਸਾਨ ਮਜ਼ਦੂਰ ਦੇ ਰੂਪ 'ਚ ਉੱਭਰ ਕੇ ਆਇਆ। ਇਹ ਵੱਡੀ ਪ੍ਰਾਪਤੀ ਹੈ। ਤਾਂ ਅੰਦੋਲਨ ਜਿਸ ਪੜਾਅ ਦੇ ਉੱਤੇ ਪੁੱਜ ਚੁੱਕਾ ਅੱਜ, ਤਾਂ ਪਾਰਲੀਮੈਂਟ ਦੀ ਗੱਲ ਹੋ ਰਹੀ ਹੈ, ਸੈਸ਼ਨ ਹੋਏਗਾ। ਖੇਤੀਬਾੜੀ ਮੰਤਰੀ ਦਾ ਅੱਜ ਤਾਜ਼ਾ ਬਿਆਨ ਆਇਆ, ਤੁਸੀਂ ਸੁਣਿਆ ਹੋਵੇਗਾ, ਜਿਸ ਵਿੱਚ ਉਹ ਸੂਬਿਆਂ ਤੇ ਪਾ ਰਹੇ ਆ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਕੇਸ ਰੱਦ ਕਰਨ ਦੀ ਗੱਲ ਹੋਵੇ ਜਾਂ ਇਸ ਤੋਂ ਇਲਾਵਾ ਹੋਰ MSP ਦੀ ਕਮੇਟੀ ਦੀ ਗੱਲ ਹੋਵੇ। ਇਸ ਬਾਰੇ ਬਾਬਤ ਜਿਹੜੇ ਬਿਆਨ ਆਏ ਆ, ਇਹਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੀ ਹੋਣਾ ਚਾਹੀਦਾ ਹੈ? ਬਿਆਨ ਹੁਣ ਠੀਕ ਆ ਰਹੇ ਨੇ ਜਾਂ ਅਜੇ ਵੀ ਕੁਝ ਠੀਕ ਨਹੀਂ ਲੱਗਦਾ? ਦੇਖੋ, MSP ਤੇ ਜਿਹੜੀ ਕਮੇਟੀ ਦੀ ਸਵਾਲ ਹੈ, ਪਹਿਲੀ ਕਮੇਟੀ ਨਹੀਂ ਹੈਗੀ। ਕਮੇਟੀ ਦਾ ਮਤਲਬ ਹੈ ਵੀ ਤੁਹਾਡੇ ਮਸਲੇ ਨੂੰ ਠੰਡੇ ਬਸਤੇ ਪਾ ਦੇਣਾ, ਸਪਸ਼ਟ ਜਿਹਾ। ਕੱਲ ਨੂੰ ਕੀ ਬਣਦਾ ਸੀ ਹਤਮੀ ਅੱਜ ਕੁਝ ਨਹੀਂ ਕਹਿ ਸਕਦੇ, ਤਾਂ ਇੱਕ ਸੰਘਰਸ਼ ਦਾ ਵਿਸ਼ਾ ਹੋ। ਬਾਕੀ ਜਿਹੜੀ ਤੋਮਰ ਜੀ ਨੇ ਕਿਹਾ ਵੀ ਜਿਹੜੇ ਕੇਸ ਪਏ ਹੋਏ ਸੂਬਿਆਂ ਦਾ ਵਿਸ਼ਾ ਵਾ, ਹਾਂ ਜਿਹੜੀ ਸੂਬੇ ਦੀ ਪੁਲਿਸ ਨੇ ਪਾਈ ਉਹ ਸੂਬਿਆਂ ਦਾ ਵਿਸ਼ਾ ਹੈ। ਤੋਮਰ ਸਾਹਿਬ ਨੂੰ ਸਲਾਹ ਦੇਣ ਦੀ ਕੀ ਲੋੜ ਆ ਵੀ ਤੁਸੀਂ ਕੇਸਾਂ ਦੀ ਨੌਇਅਤ ਵੇਖ ਕੇ, ਜੇ ਉਹਨਾਂ ਦਾ ਅਧਿਕਾਰ ਖੇਤਰ ਹੈ ਤਾਂ ਨੌਇਅਤ ਵੀ ਵੇਖਣਾ ਜਾਣਦੇ ਹੋ ਕਿਹੜਾ। ਸਾਜ਼ਿਸ਼ ਫੇਰ ਇਹਦੇ ਪਿੱਛੇ ਹੈ। ਦੂਜਾ, ਦਿੱਲੀ 'ਚ ਤਾਂ ਕੇਸ ਇਹਨਾਂ ਦੀ ਫੋਰਸ ਨੇ ਪਾਏ ਹੋਏ ਆ, ਤੇ ਦਿੱਲੀ ਵਾਲੇ ਕੇਸ ਬਈ ਤੁਸੀਂ ਕਿਉਂ ਨਹੀਂ ਵਾਪਸ ਲੈਂਦੇ? ਹਾਂ, ਸਾਨੂੰ ਪਤਾ ਲੱਗੇ ਵੀ ਗ੍ਰਹਿ ਮੰਤਰਾਲੇ ਨੇ ਹੁਕਮ ਦਿੱਤਾ, ਅਸੀਂ ਅਲੀਪੁਰ ਤੇ ਨਰੇਲਾ ਥਾਣੇ ਨਾਲੇ ਲੱਗਦੇ, ਜਾ ਕੇ ਪਤਾ ਕਰੀਏ ਵੀ ਕੇਸ ਹੋ ਗਏ ਜੀ। ਉਹ ਕਹਿਣਗੇ ਹੋ ਗਏ ਜੀ, ਫਿਰ ਸੀਗੇ ਵੀ ਤੁਹਾਡੀ ਗੱਲ ਠੀਕ ਹੈ, ਤੁਸੀਂ ਵਾਪਸ ਲੈ ਲਏ ਆ। ਗੱਲਾਂ ਨਾਲ ਤੇ ਨਹੀਂ ਸਰਦਾ, ਅਮਲ 'ਚ ਕੁਝ ਕਰਕੇ ਦਿਖਾਉਣਾ ਚਾਹੀਦਾ। ਵਾਕਿਆ ਕੇਸ ਵਾਪਸ ਲੈ ਲਏ। ਪੋਲੂਸ਼ਨ ਐਕਟ ਤੇ ਵੀ ਉਹ ਕਹਿ ਰਹੇ ਵੀ ਅਸੀਂ ਇਹ ਚੀਜ਼ਾਂ ਨੂੰ ਕਰ ਦਾਂਗੇ, ਪਰ ਕਿਵੇਂ? ਕੋਈ ਉਹਦਾ ਰੋਡ ਮੈਪ ਦੇ ਦਿਓ। ਤੁਸੀਂ ਉਹ ਐਕਟ ਦੇ ਵਿੱਚ ਚੇਂਜ ਕਰੋਗੇ, ਸੁਧ ਕਰੋਗੇ, ਵਾਪਸ ਲਾਓਗੇ, ਕੀ ਤੁਹਾਡੀ ਪਲਾਨਿੰਗ ਹੈ ਉਹ ਕਲੀਅਰ ਕਰ ਦਿਓ। ਠੀਕ ਹੈ। ਕਿੰਨੀ ਵਾਰੀ ਗੱਲਬਾਤ ਹੋਈ ਹੈ ਹੁਣ ਤੱਕ ਅੰਦੋਲਨ ਦੇ ਦੌਰਾਨ ਖੇਤੀਬਾੜੀ ਮੰਤਰੀ ਤੋਮਰ ਦੇ ਨਾਲ? ਮੈਨੂੰ ਲੱਗਦਾ 2 ਵਾਰੀ ਹੋਈ। ਇੱਕ ਵਾਰੀ ਉਹਨਾਂ ਦੇ ਜਿਹੜੇ ਇੱਥੇ ਸੈਕਟਰੀ ਸੀ ਉਹਨਾਂ ਦਾ ਫੋਨ ਗਿਆ, ਇੱਕ ਵਾਰੀ ਤੋਮਰ ਸਾਹਿਬ ਦਾ 1-2 ਵਾਰੀ, ਜਦੋਂ ਪੰਜਾਬ 'ਚ ਸੀਗੇ ਅਸੀਂ। ਤੁਹਾਨੂੰ ਆਉਣਾ ਚਾਹੀਦਾ ਮੀਟ। ਤੇ ਜਦੋਂ ਮੀਡੀਆ ਦੇ ਨਾਲ ਗੱਲ ਉਹ ਕਰਦੇ ਨੇ ਤੇ ਜਦੋਂ ਫੋਨ ਤੇ ਗੱਲ ਹੋਈ ਹੈ, ਫਰਕ ਨਜ਼ਰ ਆਉਂਦਾ ਹੈ ਜਾਂ ਇੱਕੋ ਜਿਹੀ ਗੱਲ ਹੈ? ਨਾ, ਐ ਨਹੀਂ ਕੋਈ ਹੈਗਾ। ਮਤਲਬ ਠੰਡੇ ਸੁਭਾਅ ਦੇ ਬੰਦੇ ਨੇ, ਬੜੇ ਰਿਲੈਕਸ ਤਰੀਕੇ ਨਾਲ ਬੋਲਦੇ। ਤੋਂ ਅਸੀਂ ਉਹਨੂੰ ਪੱਖ ਦੱਸਤਾ ਵੀ ਸਾਡਾ, ਅਸੀਂ ਮੀਟਿੰਗ 'ਚ ਇਹ ਨਹੀਂ ਵੀ ਨਹੀਂ ਆਉਣਾ ਚਾਹੁੰਦੇ, ਸਾਡਾ ਪੱਖ ਇਹ ਹੈ ਜੋ ਕੁਝ ਬੋਲ। ਲੋਕਾਂ ਨੂੰ ਇਹ ਵੀ ਸ਼ਿਕਵਾ ਰਿਹਾ, ਗਿਲਾ ਰਿਹਾ ਕਿ ਪ੍ਰਧਾਨ ਮੰਤਰੀ ਨੇ ਕਾਨੂੰਨ ਰੱਦ ਕਰਾਉਣ ਦੀ ਅਨਾਉਂਸਮੈਂਟ ਜਦੋਂ ਕੀਤੀ ਉਦੋਂ ਖੁਦ ਚੱਲ ਕੇ ਆਏ, ਉਸ ਤੋਂ ਪਹਿਲਾਂ ਇੱਕ ਵੀ ਗੱਲ ਨਹੀਂ ਹੋਈ। ਤੁਹਾਡੀ ਇੱਛਾ ਸੀ ਕਿ ਪ੍ਰਧਾਨ ਮੰਤਰੀ ਖੁਦ ਟੇਬਲ ਟਾਕ ਕਰਦੇ ਤੁਹਾਡੇ ਨਾਲ? ਮੈਨੂੰ ਨਹੀਂ ਲੱਗਦਾ। ਦੇਖੋ, ਸਵਾਲ ਇਹ ਨਹੀਂ ਹੈ ਵੀ ਮੀਟਿੰਗ ਹੋਵੇ ਚਾਹੇ ਨਾ ਹੋਵੇ, ਹਾਕਮ ਤਾਂ ਸਮਝੌਤੇ ਕਰਕੇ
ਮੁੱਕਰ ਜਾਂਦੇ ਆ। ਲੌਂਗੋਵਾਲ ਉਹ ਜਿਹੜਾ ਸਮਝੌਤਾ ਉਹ ਤਾਂ ਮੁੱਕਰੇ ਹੋਏ ਆ। ਸੈਕੰਡਲੀ ਹੈਗਾ ਵੀ ਉਹ ਨਾ ਕਰਨ ਮੀਟਿੰਗ, ਸਾਡੇ ਲਈ ਕੀ ਮਸਲਾ ਵਾ? ਸਾਡੇ ਲਈ ਲੋਕਾਂ ਦੇ ਮੁੱਦੇ ਵੱਡੇ ਨੇ, ਉਹ ਹੂ ਬਹੂ ਜਿੱਦਾਂ ਸਾਰੀਆਂ ਹੀ ਗੱਲਾਂ ਮੰਨ ਜਾਣ, ਉਹ ਹਕੀਕਤ ਵਿੱਚ ਸੱਤ ਆ ਜੇ। ਨਹੀਂ ਮੀਟਿੰਗ ਕਰਦੇ, ਛਾਲਾਂ ਮਾਰਦੇ ਪੰਜਾਬ ਨੂੰ ਜਾਵਾਂਗੇ। ਸਾਡਾ ਅਣਖ ਦਾ ਸਵਾਲ ਥੋੜਾ ਇੱਥੇ ਪੈਣਾ, ਜਾਂ ਇਹ ਅਣਖ ਦਾ ਸਵਾਲ ਹਿੰਡ ਪਕਾਉਣਾ ਤੁਸੀਂ ਮੀਟਿੰਗ ਕਰੋ। ਸਵਾਲ ਮਸਲੇ ਹੱਲ ਕਰਨ ਦਾ ਵਾ, ਮੀਟਿੰਗ ਕਰਕੇ ਕਰ ਲਓ ਜਾਂ ਵਿਦਆਊਟ ਮੀਟਿੰਗ ਕਰ ਲਓ। ਸਾਨੂੰ ਕੀ ਤਰ੍ਹਾਂ, ਸਾਨੂੰ ਕੋਈ ਨਹੀਂ ਇਹੋ ਜਿਹਾ ਗਿਲਾ ਸ਼ਿਕਵਾ ਹੈਗਾ। ਤੇ ਇਹ ਮਸਲੇ ਹੱਲ ਦੇ ਕਰਨ ਦੇ ਵਿੱਚ ਇੱਕ ਗਰਾਰੀ ਅੜੀ ਪਈ ਆ ਕਿ ਹੁਣ 29 ਤਰੀਕ ਨੂੰ ਫਿਰ ਜਿਹੜਾ ਪਾਰਲੀਮੈਂਟ ਟਰੈਕਟਰ ਮਾਰਚ ਕੀਤਾ ਜਾਣਾ ਸੀ, ਤੁਸੀਂ ਬਹੁਤ ਸਾਰੇ ਟਰੈਕਟਰ ਟਰਾਲੀਆਂ ਲੈ ਕੇ ਆਏ ਹੋ ਪੰਜਾਬੋਂ, ਤਾਂ ਹੁਣ ਇੱਥੇ ਤੁਹਾਨੂੰ ਲੋਕ ਪੁੱਛਦੇ ਹੋਣਗੇ ਹੁਣ ਮੁਲਤਵੀ ਹੋ ਗਿਆ ਫੈਸਲਾ, ਤੁਸੀਂ ਆਪਣੇ ਪੱਧਰ ਤੇ ਹੁਣ ਕੋਈ ਪ੍ਰੋਗਰਾਮ ਲੀਕੋਗੇ, ਕਿਸੇ ਟਰੈਕਟਰ ਮਾਰਚ ਕਰਨ ਦਾ ਜਾਓਗੇ ਜਾਂ ਨਹੀਂ ਜਾ ਰਹੇ? ਨਹੀਂ, ਮੇਰੇ ਖਿਆਲ ਹੈ ਵੀ ਇਸ ਸੰਦਰਭ ਵਿੱਚ ਜਿਹੜਾ ਉਹਨਾਂ ਫੈਸਲਾ ਕੀਤਾ, ਜੇ ਅਸੀਂ ਇਹਨੂੰ ਸਵੇਰੇ ਸਾਰੀ ਆਜੂਗੀ ਇਨਫੋਰਮੇਸ਼ਨ ਕੀ ਸੰਦਰਭ ਹੈ, ਅਸੀਂ ਆਪਦੇ ਸੰਦਰਭ ਵਿੱਚ ਇਹਨੂੰ ਵਿਚਾਰਾਂਗੇ ਤਾਂ ਉਹਦੇ ਹਿਸਾਬ ਨਾਲ ਫੈਸਲਾ ਕਰ ਲਾਂਗੇ। ਮੈਨੂੰ ਨਹੀਂ ਲੱਗਦਾ ਵੀ ਆਪਾਂ ਇਹਦਾ ਕੋਈ ਇਕੱਲੇ ਕਰਾਂਗੇ, ਆਪਾਂ ਉਹਦੇ ਸੰਦਰਭ ਵੇਖ ਲਾਂਗੇ ਕਿਹੜੇ ਪੱਖ ਉਹਨਾਂ ਨੇ ਦੇਖੇ ਆ। ਜਿਹੜਾ ਤੋਮਰ ਜੀ ਦਾ ਬਿਆਨ ਹੈ ਉਹਦਾ ਵੀ ਸਾਰਾ ਕੁਝ ਸਵੇਰੇ ਤੱਕ ਸਾਹਮਣੇ ਆ ਜਾਊਗਾ, ਕੀ ਉਹ ਕਹਿਣਾ ਚਾਹ ਰਹੇ ਨੇ। ਤਾਂ ਠੀਕ ਆ, ਕੋਈ ਸਰਕਾਰ ਕਰਨਾ ਚਾਹੁੰਦੀ ਆ ਤਾਂ ਕਰ ਲੈਣਾ ਚਾਹੀਦਾ। ਉਵੇਂ ਸਾਨੂੰ ਲੱਗਦਾ ਵੀ ਗਰਾਰੀ ਤਾਂ ਐਮਐਸਪੀ ਵਾਲੇ ਤੇ ਹੀ ਫਸਣੀ ਆ। ਐਮਐਸਪੀ ਵੱਡਾ ਸਵਾਲ ਹੈ। ਅਸੀਂ ਕਾਨੂੰਨ ਰੱਦ ਕਰਾ ਲਈਏ, ਕਾਨੂੰਨ ਰੱਦ ਹੋ ਜਾਣ, ਪਤਾ ਲੱਗ ਜੂ 5-4 ਦਿਨ ਅਸੀਂ ਉਹੀ ਪੋਜੀਸ਼ਨ 'ਚ ਆ ਜਿਹੜੀ ਪੋਜੀਸ਼ਨ 'ਚ ਜੂਨ ਤੋਂ ਪਹਿਲਾਂ ਸੀਗੇ। ਪਹਿਲਾਂ ਵੀ ਕਿਹੜੀ ਕਿਸਾਨਾਂ ਦੀ ਹਾਲਾਤ ਚੰਗੇ ਸੀਗੇ, ਆਰਥਿਕ ਤੌਰ ਤੇ ਤਾਂ ਪਹਿਲਾਂ ਜਰਜਰ ਹੋਇਆ, ਕਰਜ਼ਾ ਸਿਰ ਪਿਆ ਉਹਨਾਂ ਦੇ। ਤਾਂ ਐਮਐਸਪੀ ਗਰੰਟੀ ਕਾਨੂੰਨ ਹੀ ਕੁਛ ਉਹਨਾਂ ਨੂੰ ਆਰਥਿਕ ਤੌਰ ਤੇ ਪੱਕਾ ਕਰੂਗਾ। ਵੱਡਾ ਸਵਾਲ ਹੈ, ਵੱਡਾ ਮੁੱਦਾ ਵਾ। ਹੁਣ ਇਹਦੇ ਤੇ ਸਾਡਾ ਹੁੰਦਾ ਸੀ ਪੱਖ ਸੀ ਵੀ ਇਹਦੇ ਤੇ ਸੰਘਰਸ਼ ਕਰ ਲੈਣਾ ਚਾਹੀਦਾ। ਕਿਉਂ ਭਲਾ? ਜਿਹੜੇ ਮੋਦੀ ਜੀ ਨੂੰ ਜਿਹੜੀ ਗੱਲ ਦਾ ਡਰ ਆ, ਮੋਦੀ ਜੀ ਨੂੰ ਸਭ ਤੋਂ ਵੱਡਾ ਹਾਕਮ ਨੂੰ ਕੁਰਸੀ ਦਾ ਡਰ ਹੈ, ਤੋਂ ਡਰ ਮੁੱਕਾ ਤੇ ਨਹੀਂ ਹੈਗਾ। ਭਾਵੇਂ ਫੈਕਟਰ ਚਾਈਨਾ ਕਿਹਾ ਜਾ ਰਿਹਾ, ਸਾਡੀ ਨਿਗਾਹ 'ਚ ਵੱਡਾ ਫੈਕਟਰ ਕੁਰਸੀ ਹੈ। ਸਰਹੱਦਾਂ ਬਹੁਤੀ ਮਸਲੇ ਨਹੀਂ ਹੁੰਦੀਆਂ ਹਾਕਮਾਂ ਲਈ, ਠੀਕ ਹੈ ਜੀ, ਉਹਨਾਂ ਲਈ ਕੁਰਸੀਆਂ ਵੱਡ ਮਹੱਤਵ ਰੱਖਦੀਆਂ। ਕੁਰਸੀ ਵਾਲਾ ਡਰ ਤਾਂ ਮੁੱਕਿਆ ਨਹੀਂ ਹੈਗਾ। ਪਰ ਜੇ ਅਸੀਂ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਦਿਖ ਰਹੀਆਂ ਵੀ ਉਹ ਇੱਥੇ ਫਸੇ ਹੋਏ ਆ, ਤਾਂ ਸਾਨੂੰ ਇਹਦੇ ਲਈ ਮੁਕਾਬਲਾ ਕਰਨਾ ਚਾਹੀਦਾ ਵੀ ਅਸੀਂ ਕਿਉਂ ਨਾ। ਦੂਜਾ ਵਾ ਵੀ ਮੀਡੀਆ ਦੀਆਂ ਅੱਖਾਂ ਮੇਰੇ ਖਿਆਲ ਪੱਕ ਜਾਣੀਆਂ ਵਾ, ਜ਼ਿੰਦਗੀਆਂ ਲੰਘ ਜਾਣੀਆਂ। ਹਾਂ, ਇਹ ਨਹੀਂ ਕਹਿੰਦੇ ਹੋ ਸਕਦਾ ਕੋਈ ਇਹੋ ਜਿਹੀ ਹਾਲਤਾਂ ਪੈਦਾ ਹੋ ਜਾਂਦੇ ਤੋਂ ਵੱਡਾ ਅੰਦੋਲਨ ਵੀ ਆ ਸਕਦਾ, ਨਹੀਂ ਤਾਂ ਇਹੋ ਜਿਹੇ ਅੰਦੋਲਨ ਰੋਜ਼-ਰੋਜ਼ ਨਹੀਂ ਬਣਦੇ ਹੈਗੇ। ਠੀਕ ਹੈ ਜੀ, ਹੋ ਸਕਦਾ ਕਿਸੇ ਨੂੰ ਕਾਲ ਹੋਵੇ, ਪਰ ਇਹ ਉਹਨਾਂ ਦੀਆਂ ਜ਼ਿੰਦਗੀਆਂ 'ਚ ਸ਼ਾਇਦ ਦੋਹਰੇ ਮੌਕੇ ਨਾ ਆਉਣ। ਮੰਨ ਲਓ ਕੁਝ ਜਥੇਬੰਦੀਆਂ ਇਸ ਗੱਲ ਤੇ ਮੰਨ ਜਾਣ ਕਿ ਕਮੇਟੀ ਬਣਾ ਲਓ, ਕੁਝ ਕਿਸਾਨ ਰੱਖ ਲਓ, ਕੁਝ ਸਰਕਾਰ ਦੇ ਨੁਮਾਇੰਦੇ ਰੱਖ ਲਓ, ਔਰ 3 ਖੇਤੀ ਕਾਨੂੰਨ ਰੱਦ ਹੁੰਦੇ ਨੇ, ਬਾਕੀ ਸਾਰੇ ਬਿੱਲ ਜਿੰਨੇ ਤੁਹਾਨੂੰ ਠੀਕ ਨਹੀਂ ਲੱਗਦੇ ਉਹ ਵੀ ਰੱਦ, ਤਾਂ ਐਮਐਸਪੀ ਤੇ ਸਿਰਫ ਕਮੇਟੀ ਬਣੇਗੀ, ਤਾਂ ਫਿਰ ਤੁਹਾਡਾ ਉਸ ਦੇ ਉੱਤੇ ਕੀ ਸਟੈਂਡ? ਦੇਖੋ, ਇਹਦੀ ਤਾਂ ਪ੍ਰਤੀਕਿਰਿਆ ਜਿਹੜੀ ਸਪਸ਼ਟ ਹੈ ਵੀ ਵੇਖੋ ਕਮੇਟੀ ਮਸਲੇ ਦਾ ਹੱਲ ਨਹੀਂ ਹੈਗੀ। ਫਿਰ ਵੀ ਜਿਹੜੇ ਸੰਦਰਭ ਵਿੱਚ ਜੋ ਕੁਝ ਸਾਹਮਣੇ ਆਊਗਾ, ਜੇ ਕਾਨੂੰਨ ਲੋਕ ਸਭਾ, ਰਾਜ ਸਭਾ, ਰਾਸ਼ਟਰਪਤੀ ਜੀ ਦੇ ਸਾਈਨ, ਫਿਰ ਉਹਨਾਂ ਨੋਟੀਫਾਈ ਕਰਨਾ, ਤਾਂ ਉਹ ਗੱਲ ਕਲੀਅਰ ਹੋ ਜੂ। ਫਿਰ ਕੀ ਕੁਛ ਨਿਕਲ ਕੇ ਆਉਂਦਾ, ਸਾਰੀਆਂ ਮੰਗਾਂ ਵੀ ਹੈਗੀਆਂ ਤੇ ਇਹ ਚੀਜ਼ਾਂ ਹੈਗੀਆਂ, ਤਾਂ ਅਸੀਂ ਉਹਦੇ ਸੰਦਰਭ ਵਿੱਚ ਉਹਨੂੰ ਵਿਚਾਰਾਂਗੇ। ਕੋਈ ਅਜਿਹਾ ਨਹੀਂ ਹੋਊਗਾ ਯਤਨ ਸਾਡੇ ਵੱਲੋਂ ਵੀ ਕੋਈ ਲੋਕਾਂ ਨੂੰ ਲੱਗੇ ਵੀ ਫਿੱਕਾ ਜਿਹਾ ਗੱਲ ਪੈ ਰਹੀ ਆ। ਉਹ ਚੀਜ਼ਾਂ ਹਰ ਇੱਕ ਸੰਦਰਭ ਵਿੱਚ ਠੋਕ ਵਜਾ ਕੇ ਵਿਚਾਰਾਂਗੇ। ਹਾਂ, ਲਖੀਮਪੁਰ ਖੀਰੀ ਘੱਟ ਇੰਪੋਰਟੈਂਟ ਨਹੀਂ ਹੈਗਾ, ਉਹਦੇ ਦੋ ਪੱਖ ਨੇ। ਇੱਕ ਤਾਂ ਹੈਗਾ ਅਜੇ ਮਿਸ਼ਰਾ ਜੀ ਆਪਦੀ ਕੁਰਸੀ ਤੇ ਬੈਠੇ ਆ, ਉਹ ਜਾ ਨਹੀਂ ਰਹੇ। ਦੂਜਾ ਸਭ ਤੋਂ ਵੱਡਾ ਵੀ ਸੰਯੁਕਤ ਮੋਰਚੇ ਦੀ ਕਾਲ ਤੇ ਉਹ ਲੋਕ ਝੰਡੇ ਵਿਖਾਲਣਗੇ, ਉਹ ਕਤਲ ਤਾਂ ਨਹੀਂ ਕਰਨਗੇ। ਕੀ ਬਣਿਆ ਉੱਥੇ? ਉਹ 4 ਬੰਦੇ ਅੱਜ 302 ਦੇ ਕੇਸ ਵਿੱਚ ਅੰਦਰ ਨੇ। ਛੱਡ ਦੇਵਾਂਗੇ, ਕੋਈ ਫਰਕ ਨਹੀਂ ਪੈਂਦਾ, ਪਰ ਕੱਲ ਨੂੰ ਕੌਣ ਆਊਗਾ? ਅਸੀਂ ਵੀ ਅੰਦੋਲਨ ਲੜਨਾ। ਸਵਾਲ ਹੋਰ ਵੀ ਨੇ, ਤਾਂ ਇਹ ਚੀਜ਼ਾਂ ਨਾਲ ਸਾਨੂੰ ਗੌਰ ਕਰਨਾ ਚਾਹੀਦਾ ਵੀ ਦੇਖੋ ਹੁਣ ਤਾਂ ਅਸੀਂ ਮੌਜੂਦਾ ਪ੍ਰੈਜ਼ੈਂਟ ਪੋਜੀਸ਼ਨ 'ਚ ਹੈਗੇ ਆ, ਸਰਦੀਆਂ ਹੈਗੀਆਂ, ਲੋਕਾਂ ਦੀ ਆਉਣ 'ਚ ਵੀ ਕੋਈ ਰੌਲਾ ਨਹੀਂ ਹੈਗਾ। ਗਰਮੀਆਂ ਸਰਦੀਆਂ ਦੋਵਾਂ ਦਾ ਤਜਰਬਾ ਵੀ ਹੋ ਗਿਆ ਰੋਡ ਤੇ ਰਹਿਣਾ। ਨਾ ਚਲੋ, ਜੇ ਦੇਖੀਏ ਪੰਜਾਬ ਦੇ ਸੰਦਰਭ ਨੂੰ, ਹਰਿਆਣੇ ਦੇ ਸੰਦਰਭ ਨੂੰ ਦੇਖੀਏ, ਜਿੱਥੋਂ ਕੈਡਰ ਵੱਧ ਆਉਂਦਾ, ਤਾਂ ਮੈਨੂੰ ਲੱਗਦਾ ਆਉਣ ਜਾਣ ਦੀ ਸਮੱਸਿਆ ਨਹੀਂ ਹੈਗੀ। ਜਿਵੇਂ ਕੈਡਰ ਵਿਹਲਾ ਵਾ, ਤਾਂ ਤੁਸੀਂ ਉਹਦੇ ਵਿੱਚ ਅਸੀਂ ਕਿੰਨਾ ਕੁ ਖੱਟ ਸਕਦੇ ਹਾਂ। ਹੋਰ ਦੋਵੇਂ ਧਿਰਾਂ ਨੇ, 2 ਧਿਰਾਂ ਨੇ, ਕੋਈ ਕਿਸੇ ਦੀ ਮਿੱਤ ਨਹੀਂ ਹੈਗੀ, ਨਾ ਅਸੀਂ ਉਹਨਾਂ ਦੇ ਮਿੱਤ ਆ ਤਾਂ ਨਾ ਉਹ ਸਾਡੇ। ਦੋਵਾਂ ਦੀ ਤਾਕਤਾਂ ਦਾ ਮੁਕਾਬਲਾ ਵਾ। ਜਿਹੜੀ ਤਾਕਤ ਵਧੀਆ ਤਰੀਕੇ ਨਾਲ ਗੱਲ ਰੱਖ ਗਈ, ਵਧੀਆ ਤਰੀਕੇ ਨਾਲ ਜਚਾ ਗਈ, ਆਪਦੇ ਪੁਆਇੰਟ ਆਫ ਵਿਊ ਨੇ ਇਸ ਤਰੀਕੇ ਦੀ ਰਣਨੀਤੀ ਬਣਾ ਕੇ ਉਹਨਾਂ ਨੂੰ ਫਸਾ ਗਈ, ਉਹ ਤੇ ਜਿੱਤ ਹੋਊਗੀ। ਤਾਂ ਸਾਨੂੰ ਗਿਣ ਮਿੱਥ ਕੇ, ਹੁਣ ਆਗੂਆਂ ਦਾ ਵੱਧ ਰੋਲ ਆ, ਜਨਤਾ ਦਾ ਰੋਲ ਆਪਣੀ ਜਗ੍ਹਾ ਵਾ, ਹੁਣ ਆਗੂਆਂ ਦਾ ਰੋਲ ਆ ਵੀ ਹੁਣ ਟਿਕਾਣੇ ਲੱਗੀ ਹੋਈ ਗੱਲ ਹੈ ਵੀ ਹਰ ਚੀਜ਼ ਨੂੰ ਫੂਕ ਫਾਕ ਕੇ ਜਦੋਂ ਤਾਂ ਹੀ ਤਾਂ ਕਹਾਵਤਾਂ ਹੁੰਦੀਆਂ ਵੀ ਜੇ ਲੰਮੇ ਗਲਤੀ ਕਰਦੇ ਆ ਸਦੀਆਂ ਭੁਗਤ ਜਾਂਦੀਆਂ ਹੁੰਦੀਆਂ। ਇਹ ਨਾ ਰਹੇ, ਯਾਨੀ ਹੁਣ ਟੇਬਲ ਟਾਕ ਤੇ ਜਾਂ ਜਚਾਉਣ ਵਾਲੀ ਗੱਲ, ਜਾਂ ਮਤਲਬ ਕਹਿ ਲਓ ਵੀ ਭਰਮ 'ਚ ਫਸਣ ਵਾਲੀ ਗੱਲ 'ਚ ਨਾ ਜਾਈਏ। ਠੀਕ ਹੈ, ਜੋ ਕੁਝ ਲੱਭ ਜੇ। ਖੇਤੀ ਬਿੱਲ ਰੱਦ ਕਰਾਉਣਾ ਵੱਡੀ ਗੱਲ ਆ, ਛੋਟੀ ਨਹੀਂ ਹੈ। ਅਸੀਂ ਇਹਨੂੰ ਇਹ ਨਹੀਂ ਕਹਿੰਦੇ ਬਹੁਤ ਛੋਟੀ ਹੈ, ਬਹੁਤ ਵੱਡੀ ਗੱਲ ਆ। ਪਰ ਜੋ ਕੁਝ ਵੀ ਲੈ ਲਈਏ, ਐਮਐਸਪੀ ਵਾਲੀ ਗੱਲ ਇਹਦੇ ਨੂੰ ਵੀ ਵੱਡੀ ਗੱਲ ਆ।
ਕੁਝ ਦੇਣਾ ਪੈਣਾ ਸਰਕਾਰ ਨੂੰ। ਤਾਂ ਜੋ ਕੁਝ ਲੈ ਸਕਦੇ ਲੈਣਾ ਚਾਹੀਦਾ, ਸਾਨੂੰ ਤਾਂ ਐਂ ਲੱਗਦਾ। ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ, ਬਹੁਤ ਗੱਲਾਂ ਨੇ ਕਰਨ ਵਾਲੀਆਂ, ਸਮਾਂ ਆਗਿਆ ਨਹੀਂ ਦਿੰਦਾ। ਇਸ ਅੰਦੋਲਨ ਦੇ ਦੌਰਾਨ ਕਿਸੇ ਬੀਬੀ ਨੇ, ਬਜ਼ੁਰਗ ਨੇ ਜਾਂ ਤੁਹਾਡੇ ਕੋਲ ਆ ਕੇ ਸਟੇਜ ਕੋਲ ਜਾਂ ਟਰਾਲੀ ਵਿੱਚ ਆ ਕੇ ਤੁਹਾਨੂੰ ਕੁਝ ਗੱਲ ਕਹੀ ਹੋਵੇ, ਤੁਸੀਂ ਸੁਣ ਕੇ ਬੜੇ ਹੈਰਾਨ ਵੀ ਹੋ ਔਰ ਦਿਲਚਸਪ ਗੱਲ ਹੋਵੇ, ਕੋਈ ਕਹਾਣੀ ਕਿੱਸਾ ਜੁੜਿਆ ਇਸ ਅੰਦੋਲਨ ਦੌਰਾਨ ਜਿਹੜਾ ਤੁਹਾਨੂੰ ਵੀ ਹੈਰਾਨ ਕਰਦਾ ਸੀ ਕਿ ਇਸ ਤਰ੍ਹਾਂ ਬਦਲ ਗਈ ਹੈ ਸਾਰੀ ਜ਼ਿੰਦਗੀ, ਸਾਰੀ ਕਹਾਣੀ? ਹਾਂ ਦੇਖੋ, ਕਿਸੇ ਤਾਂ ਬਹੁਤ ਆ। ਇੱਕ ਗੱਲ ਆ ਵੀ ਦੋ ਕਿਸਮ ਦੇ ਚੀਜ਼ਾਂ ਹੁੰਦੀਆਂ। ਜਿਹੜੇ ਮੈਦਾਨ ਵਿੱਚ ਸੀਗੇ, ਜਿਹੜੇ ਸੰਘਰਸ਼ ਸੀਗੇ, ਉਹਨਾਂ ਨੇ ਦਿਲ ਨਹੀਂ ਛੱਡੇ, ਉਹਨਾਂ ਦੀ ਬੜੀ ਪੋਜ਼ਿਟਿਵ એનર્ਜੀ ਹੁੰਦੀ ਸੀ। ਜੋ ਮਰਜ਼ੀ ਉਹਦੇ, ਕਿਸੇ ਨੇ ਨਹੀਂ ਕਿਹਾ ਵੀ ਛੱਡ ਦਿਓ, ਛੱਡਿਓ ਨਾ, ਕਹਿੰਦੇ ਠੀਕ ਆ। ਅਸੀਂ ਮੁੜਵਾ ਕਰਦੇ ਸੀ ਵੀ ਤੁਹਾਡੇ ਨਾਲ ਹੀ ਆ, ਤੁਸੀਂ ਨਾਲ ਰਹੋਗੇ ਤੇ ਨਹੀਂ ਛੱਡਦੇ ਹੈਗੇ। ਪਰ ਮਤਲਬ ਕਿਸੇ ਨੇ ਸਾਨੂੰ ਡੀਮੋਰਲਾਈਜ਼ ਨਹੀਂ ਕੀਤਾ। ਹਾਂ ਉਵੇਂ ਹੁੰਦਾ ਸੀਗਾ ਵੀ ਜਿਵੇਂ ਇੱਕ ਨੈਰੇਟਿਵ ਬਣਾਤਾ ਮੀਡੀਆ ਨੇ ਵੀ ਮੁੱਦੀ ਨਹੀਂ ਪਿਛਾ ਮੁੜਦਾ, ਵੀ ਬੈਕਗੇਅਰ ਹੀ ਨਹੀਂ ਹੈਗਾ ਇਹਦਾ, ਠੀਕ ਹੈ ਜੀ। ਅਸੀਂ ਕਹਿੰਦੇ ਸੀ ਲਾ ਕੇ ਛੱਡਾਂਗੇ। ਅਸੀਂ ਉਹਦੀ ਪਾਲਿਸੀ ਅਡਾਪਟ ਹੋਰ ਕਰ ਲਈ ਆਪਣੀ ਜਥੇਬੰਦੀ ਨੇ ਵੀ ਜ਼ੋਰ ਲਾ ਕੇ ਨਹੀਂ ਭਿੜਨਾ, ਇਹਦੇ ਨਾਲ ਸਲੋਬ ਨਹੀਂ ਭਿੜਨਾ, ਇੱਕ ਸਟੱਡੀ, ਇੱਕ ਮਤਲਬ ਇੱਕ ਤਹੰਮਲ ਨਾਲ ਲੜਨਾ। ਤਾਂ 2024 ਤੱਕ ਦੀਆਂ ਸਾਨੂੰ ਡੇਟਾ ਵੀ ਚੇਤੇ ਸੀ ਵੀ ਕਿੰਨੇ ਗੇੜੇ ਆ। ਅਸੀਂ ਹੁਣ ਗੇੜਿਆ ਅੰਮ੍ਰਿਤਸਰ ਆਇਆ, ਤੈਨੂੰ ਕਿਹਾ ਵੀ 11 ਗੇੜੇ ਤੇਰੇ ਬਾਕੀ, 11 ਗੇੜੇ ਹੋਰ ਲਾਏਗਾ ਤਾਂ ਤੇਰੀ 2024 ਆਜੂ। 11 ਟਰਾਲੀਆਂ ਬੁੱਕ ਕਰ ਲਾ। ਸਾਡੇ ਪਿੰਡਾਂ 'ਚ ਅਬਦਾਲ ਪਿੰਡ ਅੰਮ੍ਰਿਤਸਰ ਦਾ ਜਿੱਥੇ 95 ਟਰੈਕਟਰਾਂ ਦੀ ਬੁਕਿੰਗ ਹੈ, ਤਾਂ ਮੈਂ ਕਿਹਾ ਤੇਰੇ ਭਾਈ 2037 ਆ ਜਾਣੀ ਹੈ, ਇੱਕ ਟਰਾਲੀ ਵੀ ਲਾਏਗਾ। ਇਸ ਤਰੀਕੇ ਨਾਲ ਬੁਕਿੰਗ ਸੀਗੀ ਸਾਡੀ ਵੀ ਛੱਡਣਾ ਨਹੀਂ ਹੈ, 1 ਲੱਖ ਦਾ ਟਾਰਗੇਟ। ਤਾਂ ਮਤਲਬ ਬਹੁਤ ਮੋਟੀਵੇਸ਼ਨ ਬੜੀ ਸੀਗੀ ਸਾਡੇ ਅੰਦਰ। ਜਦੋਂ ਅਸੀਂ ਗੱਲਾਂ ਨੂੰ, ਸਾਨੂੰ ਸਵਾਲ ਜੋ ਅਸੀਂ ਪਿੰਡਾਂ 'ਚ ਹੀ ਰਹਿੰਦੇ, ਅਸੀਂ ਕਦੀ ਨਹੀਂ ਕਿਤੇ ਜਾ ਕੇ ਬੈਠੇ ਵੀ ਇੱਕ ਮੀਡੀਆ ਪਲੇਟਫਾਰਮ ਤੇ ਬਹਿ ਜੀ ਉੱਥੇ ਬੋਲੀ ਜਾਏ, ਐ ਨਹੀਂ ਹੈਗਾ ਸਾਡਾ। ਪਿੰਡਾਂ 'ਚ ਜਾਣਾ, ਜਿੰਨੇ ਸਵਾਲ ਆਉਣੇ ਸਵਾਲਾਂ ਦਾ ਜਵਾਬ ਠੋਕ ਕੇ ਦੇਣਾ, ਫਿਰ ਆਪਦੇ ਕਲਚਰ ਤੋਂ ਚੱਕ ਕੇ ਲੈ ਕੇ ਆਉਣਾ ਵੀ 40 ਸਾਲ ਤਾਂ ਜੰਗਲ 'ਚ ਹੀ ਲੜਦੇ ਰਹੇ, ਘੋੜੇ ਦੀਆਂ ਇਕੱਠੀਆਂ ਤੇ ਲੜਦੇ ਰਹੇ, ਕੀ ਔਖਾ। ਫਿਰ ਉਹ ਬੰਦਾ ਮੋਟੀਵੇਟ ਵੀ ਹੁੰਦਾ ਸੀ ਵੀ ਹਰਾਇਆ ਜਾ ਸਕਦਾ ਇਹਨੂੰ। ਉਹਦੇ ਗਾੜੀ ਤੱਥ ਰੱਖੀ ਤੇ ਵੀ 24 ਤੱਕ ਹੀ ਲੜੂ, ਚੱਲ ਨਾ ਮੰਗਨੇ 24 ਤੋਂ ਗਾਂਹ ਹੀ ਲੜੂ। ਉਹ ਕਹਿੰਦਾ ਠੀਕ ਹੈ ਯਾਰ ਲੜਾਂਗੇ, ਹਰਿਆਇਆ ਜਾ ਸਕਦਾ। ਅੱਜ ਉਹ ਤੱਥ ਸਾਬਤ ਹੋ ਕੇ ਵੀ ਲੜਿਆ ਜਾ ਸਕਦਾ। ਵੱਡੇ ਤੋਂ ਵੱਡੇ ਹੁਕਮਰਾਨਾਂ ਤੇ ਉਹ ਹੁਕਮਰਾਨ ਜਿਨ੍ਹਾਂ ਦੇ ਮਗਰ ਕਾਰਪੋਰੇਟ ਘਰਾਣੇ ਖੜੇ ਆ, ਉਹ ਹੁਕਮਰਾਨ ਜਿਨ੍ਹਾਂ ਮਗਰ ਵਰਲਡ ਦੀ ਨੀਤੀ ਖੜੀ ਆ, ਉਹਨਾਂ ਨੂੰ ਵੀ ਧੂੜ ਚਟਾਈ ਜਾ ਸਕਦੀ। ਆਪਦੇ ਕਹੇ ਸ਼ਬਦ, ਆਪਦਾ ਥੁੱਕਿਆ ਚੱਟਣਾ ਪੈ ਗਿਆ, ਛੋਟੀ ਗੱਲ ਨਹੀਂ ਹੈਗੀ। ਤਾਂ ਇਹ ਹੌਸਲਾ ਦਿੰਦਾ ਗਾਂ ਤੁਹਾਨੂੰ ਆਉਣ ਵਾਲੇ ਭਵਿੱਖ 'ਚ ਵੀ ਲੜ ਸਕਦੇ ਆ ਤੇ ਕੁਝ ਵੀ ਪ੍ਰਾਪਤ ਕਰ ਸਕਦੇ ਆ। ਤੁਸੀਂ ਸਾਡੇ ਨਾਲ ਜੁੜੇ ਹੋ, ਆਪਣੇ ਵਿਚਾਰ ਸਾਂਝੇ ਕੀਤੇ ਨੇ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ। ਮਾਝੇ ਤੋਂ ਲੈ ਕੇ ਦਿੱਲੀ ਤੱਕ ਕਿਸ ਤਰ੍ਹਾਂ ਦੇ ਤਜਰਬੇ ਰਹੇ, ਕਿਵੇਂ ਇਹਨਾਂ ਤੋਂ ਸਾਰੀਆਂ ਗੱਲਾਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਤੱਕ ਇਹ ਸਾਰੀਆਂ ਗੱਲਾਂ ਪਹੁੰਚੀਆਂ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਉਹਨਾਂ ਨੇ ਵੀ ਮੰਨੀ ਹੈ ਕਿ ਆਗੂ ਦੀ ਵੱਡੀ ਭੂਮਿਕਾ ਹੁੰਦੀ ਹੈ। ਆਗੂਆਂ ਤੇ ਬਹੁਤ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਨੇ ਕਿ ਅੰਦੋਲਨ ਜਿੱਤਿਆ ਜਾਵੇ ਜਾਂ ਅੰਦੋਲਨ ਅੱਧ ਵਿਚਕਾਰ ਛੱਡ ਕੇ ਘਰਾਂ ਨੂੰ ਪਰਤਿਆ ਜਾਵੇ। ਤਾਂ ਹੁਣ ਉਮੀਦ ਹੈ ਕਿ ਕਿਸਾਨਾਂ ਦੀ, ਮਜ਼ਦੂਰਾਂ ਦੀ ਜੋ ਲੜਾਈ ਹੈ ਉਹ ਜਿੱਤਣ ਦੇ ਕਿਨਾਰੇ ਤੇ ਹੈ, ਔਰ ਜਿੱਤ ਕਦੋਂ ਯਕੀਨੀ ਹੋਵੇਗੀ ਆਉਣ ਵਾਲਾ ਸਮਾਂ ਦੱਸੇਗਾ। ਸਾਥੀ ਕੈਮਰਾਮੈਨ ਮੁਕੁਲ ਸ਼ਰਮਾ ਦੇ ਨਾਲ ਸੰਦੀਪ ਲਾਦੂਕਾ, ਦ ਸਮਰ ਨਿਊਜ਼, ਸਿੰਘੂ ਬਾਰਡਰ, ਦਿੱਲੀ।